हैरानी हुई है, जाहिर तौर पर सारे लोगों को भी हैरानी हुई होगी कि एक रोबोट इलाज कर रहा है। सिर्फ रोबोट इलाज कर रहा है ये सच नहीं हैगी है, बिकॉज हर स्टैप एक रोबोट के आने नाल की है कि एक सर्जन कि ਜਿਹੜੇ ਕਿ ਐਕਸਪੀਰੀਅੰਸ ਸਰਜਨ ਹੈ ਉਹਨੂੰ ਹੀ ਇੱਕ ਆਪਣਾ ਇੱਕ ਟੂਲ ਮਿਲ ਗਿਆ ਜਿਸ ਨਾਲ ਕਿ ਉਹ ਆਪਣੇ ਰਿਜ਼ਲਟਸ ਨੂੰ 95% ਤੋਂ 99.9% ਤੇ ਲਿਜਾ ਸਕਦਾ ਹੈ। ਜਿਹੜਾ ਇਹ ਰੋਬੋਟ ਹੈ ਇਹ ਸਪੈਸ਼ਲਾਈਜ਼ਡ ਰੋਬੋਟ ਹੈਗਾ, ਸਿਰਫ ਨੀ ਰਿਪਲੇਸਮੈਂਟ ਤੇ ਹਿਪ ਰਿਪਲੇਸਮੈਂਟ ਲਈ ਵਰਤਿਆ ਜਾਂਦਾ ਹੈ। ਜਦੋਂ ਇੱਕ ਡਾਕਟਰ ਵੱਲੋਂ ਸਰਜਰੀ ਕੀਤੀ ਜਾਂਦੀ ਹੈ ਤੇ ਇੱਕ ਰੋਬੋਟਿਕ ਤਰੀਕੇ ਦੇ ਨਾਲ ਸਰਜਰੀ ਕੀਤੀ ਜਾਂਦੀ ਹੈ, ਦੋਵਾਂ ਦੇ ਵਿੱਚ ਫਰਕ ਕੀ ਹੈ? ਜੇ ਆਪਾਂ ਲੇਟੈਸਟ ਟੈਕਨੀਕਸ ਜਿਵੇਂ ਕਿ ਕੰਪਿਊਟਰ ਨੈਵੀਗੇਸ਼ਨ ਹੋ ਗਈ ਜਾਂ ਫਿਰ ਰੋਬੋਟਿਕ ਸਰਜਰੀ ਦੇ ਨਾਲ ਹੋ ਗਿਆ, ਤਾਂ ਇਹਨਾਂ ਟੈਕਨੀਕਸ ਦੇ ਨਾਲ ਸਾਨੂੰ ਐਕਿਊਰੇਸੀ ਨੈਕਸਟ ਲੈਵਲ ਤੇ ਲਿਜਾ ਸਕਦੇ। ਅਸੀਂ ਬਠਿੰਡੇ ਦੇ ਵਿੱਚ ਪਿਛਲੇ 40 ਇਅਰਸ ਤੋਂ ਇਸ ਹਸਪੀਟਲ ਦੇ ਵਿੱਚ ਸੇਵਾ ਦੇ ਰਹੇ ਹੈਗੇ ਆ। ਪਹਿਲੇ ਸਾਡੇ ਪੇਰੈਂਟਸ ਇੱਥੇ ਸੀਗੇ, ਫਿਰ ਅਸੀਂ 2011 ਤੋਂ ਮੈਂ ਇੱਥੇ ਜੁਆਇਨ ਕੀਤਾ ਹੈਗਾ। ਤਾਂ ਸ਼ੁਰੂ ਤੋਂ ਇੱਕ ਕਹਿ ਲਓ ਫੈਮਿਲੀ ਦਾ ਵਿਜ਼ਨ ਰਿਹਾ ਕਿ ਜਿਸ ਏਰੀਆ ਨੇ ਸਾਨੂੰ ਇੰਨਾ ਦਿੱਤਾ ਅਸੀਂ ਉਹਨੂੰ ਕੁਛ ਨਾ ਕੁਛ ਵਾਪਸ ਕਰੀਏ। ਇਹੀ ਸਰਜਰੀ ਜੇ ਆਪਾਂ ਕਹਿ ਲਈਏ ਦਿੱਲੀ ਦੇ ਵਿੱਚ ਵੀ ਇਹ ਫੁੱਲੀ ਐਕਟਿਵ ਰੋਬੋਟਸ ਅਵੇਲੇਬਲ ਨੇ, ਬਟ ਉੱਥੇ ਜੇ ਦੋਨੋਂ ਗੋਡਿਆਂ ਦੀ ਸਰਜਰੀ ਕਹੀਏ ਤਾਂ ਅਰਾਊਂਡ 6 to 7 lakhs ਦਾ ਖਰਚਾ ਆ ਜਾਂਦਾ ਹੈਗਾ। ਜੋ ਚੀਜ਼ ਅਸੀਂ ਜਦੋਂ ਹੁਣ ਇੱਥੇ ਲੈ ਕੇ ਆਏ ਆ ਤਾਂ ਅਸੀਂ 3.5 ਤੋਂ 4 ਦੀ ਰੇਂਜ ਦੇ ਵਿੱਚ ਉਸ ਨੂੰ ਕਰ ਰਹੇ ਹੈਗੇ। ਆਪਾਂ ਅਕਸਰ ਸੁਣਦੇ ਹਾਂ ਕਦੇ ਅੱਖਾਂ ਦਾ ਕੈਂਪ ਲੱਗਦਾ ਹੈ, ਖੂਨਦਾਨ ਕੈਂਪ ਲੱਗਦਾ, ਅਸੀਂ ਹੁਣ ਸੁਣਿਆ ਗੋਡਿਆਂ ਦਾ ਕੈਂਪ ਲਾਇਆ ਜਾ ਰਿਹਾ ਤੁਹਾਡੇ ਹਸਪਤਾਲ ਦੇ ਵੱਲੋਂ। ਕਿ ਅਸੀਂ ਹਰ ਸਾਲ ਮਾਰਚ ਦੇ ਵਿੱਚ, ਫੈਬਰੂਅਰੀ ਤੇ ਮਾਰਚ ਦੇ ਵਿੱਚ 1 ਮਹੀਨੇ ਦੇ ਲਈ ਨੀ ਰਿਪਲੇਸਮੈਂਟ ਦਾ ਕੈਂਪ ਲਗਾਉਂਦੇ ਹੈਗੇ ਹਸਪੀਟਲ ਦੇ ਵਿੱਚ ਹੀ, ਜਿੱਥੇ ਕਿ ਅਸੀਂ ਕਹਿ ਲਓ ਨਾ ਪ੍ਰੋਪਰ ਫੈਸਿਲਿਟੀ ਦੇ ਵਿੱਚ ਉਹਨਾਂ ਨੂੰ ਇੱਕ ਡਿਸਕਾਊਂਟਡ ਪ੍ਰਾਈਸ ਤੇ ਨੀ ਰਿਪਲੇਸਮੈਂਟ ਆਫਰ ਕਰ ਸਕੀਏ। ਸਤਿ ਸ਼੍ਰੀ ਅਕਾਲ, ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਮਨਪ੍ਰੀਤ ਸਿੰਘ ਕਾਠਪਾਲ। ਅੱਜ ਅਸੀਂ ਇੱਕ ਇਹੋ ਜਿਹੇ ਹਸਪਤਾਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਡਾਕਟਰ ਨਹੀਂ ਬਲਕਿ ਰੋਬੋਟ ਇਲਾਜ ਕਰਦੇ ਨੇ। ਜੀ ਹਾਂ, ਬਿਲਕੁਲ ਸਹੀ ਸੁਣਿਆ ਤੁਸੀਂ, ਰੋਬੋਟ ਇਲਾਜ ਕਰਦੇ ਨੇ ਮਰੀਜ਼ਾਂ ਦਾ। ਤਾਂ ਜਦੋਂ ਇਹ ਗੱਲ ਸੁਣਦੇ ਹਾਂ ਤਾਂ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਆਉਂਦੇ ਨੇ ਕਿ ਰੋਬੋਟ ਲੋਕਾਂ ਦਾ ਇਲਾਜ ਕਰ ਸਕਦੇ ਨੇ? ਰੋਬੋਟ ਜੇਕਰ ਲੋਕਾਂ ਦਾ ਇਲਾਜ ਕਰਨਗੇ ਤਾਂ ਕੀ ਉਹਨਾਂ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਉਹ ਬਿਲਕੁਲ ਸਹੀ ਇਲਾਜ ਕਰਨਗੇ? ਤਾਂ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲਵਾਂਗੇ। ਤੇ ਇੱਕ ਗੱਲ ਇਹ ਵੀ ਦੱਸ ਦਈਏ ਕਿ ਅਸੀਂ ਜਿਸ ਥਾਂ ਦੇ ਉੱਤੇ ਹਾਜ਼ਰ ਹਾਂ ਉਸ ਥਾਂ ਦਾ ਨਾਮ ਸੁਣ ਕੇ ਵੀ ਹੈਰਾਨੀ ਹੋਵੇਗੀ। ਬਠਿੰਡਾ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹਾਂ। ਬਠਿੰਡਾ ਸ਼ਹਿਰ ਦੇ ਵਿੱਚ ਨਾਗਪਾਲ ਹਸਪਤਾਲ, ਤਾਂ ਉਸ ਹਸਪਤਾਲ ਦੇ ਵਿੱਚ ਰੋਬੋਟ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ। ਤਾਂ ਸਾਡੇ ਨਾਲ ਇਸ ਵੇਲੇ ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਜੀ ਸਾਡੇ ਨਾਲ ਹਾਜ਼ਰ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲਵਾਂਗੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਗਲੋਬਲ ਪੰਜਾਬ ਟੀਵੀ ਤੇ। ਪਹਿਲਾ ਸਵਾਲ, हैरानी हुई है, जाहिर तौर पर सारे लोगों को भी हैरानी हुई होगी कि एक रोबोट इलाज कर रहा है, कि ये सच है? सब तो पहले जानना चाहांगे। सच हैगा जी, बट एक अधूरा सच हैगा। बट इनू आपां जिवें जिवें शो दे विच आपां गल्लां करांगे ਤਾਂ ਇਹਨਾਂ ਨੂੰ ਆਪਾਂ ਹੋਰ ਕਲੈਰੀਫਾਈ ਕਰਦੇ ਰਹਾਂਗੇ। ਬਿਕੋਜ਼ ਹੁਣ ਅਸੀਂ ਪੰਜਾਬ ਦਾ ਪਹਿਲਾ ਫੁੱਲੀ ਐਕਟਿਵ ਜੁਆਇੰਟ ਰਿਪਲੇਸਮੈਂਟ ਸਰਜਰੀ ਰੋਬੋਟ ਲੈ ਕੇ ਆਏ ਹੈਗੇ ਆ। ਤਾਂ ਜੋ ਕੱਲ ਤੁਸੀਂ ਕਰ ਰਹੇ ਹੈਗੇ ਹੋ ਕਿ ਰੋਬੋਟ ਹੁਣ ਪੇਸ਼ੈਂਟਸ ਦਾ ਇਲਾਜ ਕਰ ਰਿਹਾ, ਤਾਂ ਉਹ ਗੱਲ ਸੱਚ ਹੈਗੀ ਹੈ ਜੀ। ਬਟ ਸਿਰਫ ਰੋਬੋਟ ਇਲਾਜ ਕਰ ਰਿਹਾ ਇਹ ਸੱਚ ਨਹੀਂ ਹੈਗੀ ਹੈ, ਬਿਕੋਜ਼ ਹਰ ਸਟੈਪ ਇੱਕ ਰੋਬੋਟ ਦੇ ਆਉਣ ਦੇ ਨਾਲ ਕੀ ਹੈ ਕਿ ਇੱਕ ਸਰਜਨ ਕਿ ਜਿਹੜੇ ਕਿ ਐਕਸਪੀਰੀਅੰਸ ਸਰਜਨ ਹੈ ਉਹਨੂੰ ਹੀ ਇੱਕ ਆਪਣਾ ਇੱਕ ਟੂਲ ਮਿਲ ਗਿਆ ਜਿਸ ਨਾਲ ਕਿ ਉਹ ਆਪਣੇ ਰਿਜ਼ਲਟਸ ਨੂੰ 95% ਤੋਂ 99.9% ਤੇ ਲਿਜਾ ਸਕਦਾ ਹੈ। ਤਾਂ ਇੱਕ ਐਡੀਸ਼ਨਲ ਟੂਲ ਹੈ ਜਿਹਦੇ ਨਾਲ ਕਿ ਆਪਾਂ ਹਰ ਸਟੈਪ ਨੂੰ ਵੈਰੀਫਾਈ ਕਰਕੇ 1 ਮਿਲੀਮੀਟਰ ਤੋਂ ਵੀ ਘੱਟ ਲੈਵਲ ਦੀ ਐਕਿਊਰੇਸੀ 'ਤੇ ਆਪਾਂ ਕਰ ਪਾ ਰਹੇ ਹਾਂ। ਤਾਂ ਉਹ ਰੋਬੋਟਿਕ ਸਾਡੀ ਆਰਮ ਦੀ ਐਕਸਟੈਂਸ਼ਨ ਬਣ ਗਿਆ ਹੈਗਾ ਕਿ ਅਸੀਂ ਪਲੈਨਿੰਗ ਸਾਰੀ ਸਾਡੇ ਬ੍ਰੇਨ 'ਚ ਚੱਲ ਰਹੀ ਹੈਗੀ ਹੈ। ਐਗਜ਼ੀਕਿਊਸ਼ਨ ਜਿਹੜੀ ਹੈਗੀ ਹੈ ਉਹ ਸਿਰਫ ਰੋਬੋਟਿਕ ਦੀ ਹੈਗੀ ਹੈ, ਉਹ ਵੀ ਕੁਝ ਸਟੈਪਸ ਦੇ ਵਿੱਚ। ਤਾਂ ਓਵਰਆਲ ਸੁਪਰਵਿਜ਼ਨ ਡਾਕਟਰ ਦੀ ਹੈਗੀ ਹੈ, ਬਟ ਫਾਈਨਲ ਜਿਹੜਾ ਇੱਕ ਡਿਲੀਵਰੀ ਹੈਗੀ ਹੈ, ਜਿਹੜੀ ਬੋਨ ਦੀ ਸ਼ੇਪ ਬਣਾਉਣੀ ਹੁੰਦੀ ਹੈ ਗੋਡਾ ਬਦਲਣ ਵੇਲੇ, ਉਹ ਰੋਬੋਟ ਕਰ ਰਿਹਾ ਹੈਗਾ। ਅਤੇ ਇਸ ਕਰਕੇ ਜਿਹੜੀ ਐਕਿਊਰੇਸੀ ਹੈਗੀ ਹੈ ਉਹ 1 ਸਬ ਮਿਲੀਮੀਟਰ ਲੈਵਲ 'ਤੇ, ਮਤਲਬ 1 mm ਤੋਂ ਵੀ ਘੱਟ ਲੈਵਲ 'ਤੇ ਐਕਿਊਰੇਸੀ ਆ ਰਹੀ ਹੈਗੀ ਹੈ। ਤਾਂ ਹਾਂਜੀ, ਗੋਡੇ ਦੇ ਜਿਹੜੇ ਇਲਾਜ ਹੋ ਰਹੇ ਨੇ ਹੁਣ ਰੋਬੋਟ ਦੇ ਰਾਹੀਂ ਹੋ ਰਹੇ ਨੇ ਅਤੇ ਬਹੁਤ ਅੱਛੇ ਪ੍ਰਸੀਜਨ ਨਾਲ ਹੋ ਰਹੇ ਨੇ, ਜਿਸ ਨਾਲ ਕਿ ਲੋਕਾਂ ਨੂੰ ਇੱਕ ਨੈਚੁਰਲ ਫੀਲ ਆ ਰਹੀ ਹੈ। ਗੋਡਾ ਵੀ ਲੰਬਾ ਚੱਲੇਗਾ, ਉਹਦੇ ਨਾਲ ਦਰਦ ਵੀ ਘੱਟ ਹੋ ਰਹੀ ਹੈ, ਰਿਕਵਰੀ ਫਾਸਟ ਹੋ ਰਹੀ ਹੈ। ਮੇਰਾ ਇਹੀ ਸਵਾਲ ਸੀ ਕਿ ਰੋਬੋਟ ਜਿਹੜਾ ਹੈ ਉਹ ਸਿਰਫ ਗੋਡੇ ਬਦਲਦਾ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਕੋਈ ਕੰਮ ਲਿਆ ਜਾਂਦਾ ਰੋਬੋਟ ਤੋਂ? ਜੀ, ਜਿਹੜਾ ਇਹ ਰੋਬੋਟ ਅਸੀਂ ਲੈ ਕੇ ਆਏ ਹੈਗੇ ਆ ਇਹ ਐਕਸਕਲੂਸਿਵਲੀ ਜੁਆਇੰਟ ਰਿਪਲੇਸਮੈਂਟ ਸਰਜਰੀ ਰੋਬੋਟ ਹੈਗਾ। ਇਹ ਗੋਡੇ ਅਤੇ ਚੂਲੇ ਦੇ ਆਪਰੇਸ਼ਨ ਕਰਦਾ ਹੈਗਾ, ਜਿਹੜੇ ਆਪਾਂ ਗੋਡੇ ਅਤੇ ਚੂਲੇ ਨੂੰ ਚੇਂਜ ਕਰਨ ਦੀ ਲੋੜ ਪੈਂਦੀ ਹੈਗੀ ਹੈ। ਤਾਂ ਇਹਦੇ ਵਿੱਚ ਕੋਈ ਹੋਰ ਐਕਸਟਰਾ ਸਰਜਰੀ ਨਹੀਂ, ਕੋਈ ਪੇਟ ਦੀ ਸਰਜਰੀ ਨਹੀਂ। ਜਿਹੜਾ ਇਹ ਰੋਬੋਟ ਹੈ ਇਹ ਸਪੈਸ਼ਲਾਈਜ਼ਡ ਰੋਬੋਟ ਹੈਗਾ, ਸਿਰਫ ਨੀ ਰਿਪਲੇਸਮੈਂਟ ਅਤੇ ਹਿਪ ਰਿਪਲੇਸਮੈਂਟ ਲਈ ਵਰਤਿਆ ਜਾਂਦਾ। ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਜਦੋਂ ਇੱਕ ਡਾਕਟਰ ਵੱਲੋਂ ਸਰਜਰੀ ਕੀਤੀ ਜਾਂਦੀ ਹੈ ਤੇ ਇੱਕ ਰੋਬੋਟਿਕ ਤਰੀਕੇ ਦੇ ਨਾਲ ਸਰਜਰੀ ਕੀਤੀ ਜਾਂਦੀ ਹੈ, ਦੋਵਾਂ ਦੇ ਵਿੱਚ ਫਰਕ ਕੀ ਹੈ? ਜੀ ਦੇਖੋ,
ਜੇ ਅਸੀਂ ਕਹੀਏ ਤਾਂ ਇੱਕ ਐਕਸਪੀਰੀਅੰਸ ਸਰਜਨ ਦਾ ਹੋਣਾ ਦੋਨਾਂ ਚੀਜ਼ਾਂ ਦੇ ਵਿੱਚ ਹੀ ਬਹੁਤ ਜ਼ਰੂਰੀ ਹੈ। ਬਿਕੋਜ਼ ਨੀ ਰਿਪਲੇਸਮੈਂਟ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਡਿਗਰੀ ਆਫ ਐਰਰ ਸਿਰਫ ਇੱਕ 3 ਡਿਗਰੀ ਦਾ ਵਿੱਚ ਕਰ ਸਕਦੇ ਹੈਗੇ ਆ, ਜਿਹਦੇ ਵਿੱਚ ਜੇ ਅਸੀਂ ਰਹਿੰਦੇ ਹਾਂ ਤਾਂ ਰਿਜ਼ਲਟ ਸਾਨੂੰ ਬਹੁਤ ਅੱਛੇ ਮਿਲਦੇ ਨੇ। ਜਿਹੜਾ ਅਸੀਂ ਗੋਡਾ ਪਾਉਂਦੇ ਹਾਂ 20 25 30 ਸਾਲ ਤੱਕ ਉਹਦੀ ਲਾਈਫ ਰਹਿੰਦੀ ਹੈ। ਬਟ ਜੇ ਉਹੀ ਐਰਰ 3 ਡਿਗਰੀ ਤੋਂ ਵੱਧ ਜੇ ਤਾਂ ਉਹਦੇ ਵਿੱਚ ਗੋਡਾ ਜਲਦੀ ਫੇਲ ਹੋਣ ਦੇ ਚਾਂਸਿਸ ਬਹੁਤ ਵੱਧ ਜਾਂਦੇ ਨੇ, ਪਲੱਸ ਗੋਡੇ ਦੇ ਵਿੱਚ ਦਰਦ ਰਹਿਣ ਦੇ ਇਸ਼ੂਜ਼ ਆਉਣੇ ਸ਼ੁਰੂ ਹੋ ਜਾਂਦੇ ਨੇ। ਤਾਂ ਜਦੋਂ ਅਸੀਂ ਇੱਕ ਮੈਨੂਅਲ ਟੈਕਨੀਕ ਨਾਲ ਕਰਦੇ ਹੈਗੇ ਆ ਤਾਂ ਇਹ ਸਾਡੀ ਐਕੂਰੇਸੀ ਜਿਹੜੀ ਇਸ 3 ਡਿਗਰੀ ਦੇ ਅੰਦਰ ਰਹਿਣਾ ਅਰਾਊਂਡ 80% ਪੇਸ਼ੈਂਟਸ ਦੇ ਵਿੱਚ ਅਚੀਵ ਕਰ ਸਕਦੇ ਹਾਂ। ਬਿਕੋਜ਼ ਜਦੋਂ ਅਸੀਂ ਗੋਡੇ ਦਾ ਆਪਰੇਟ ਕਰ ਰਹੇ ਹਾਂ ਸਾਨੂੰ ਚੂਲਾ ਵੀ ਦਿਖ ਨਹੀਂ ਰਿਹਾ, ਗਿੱਟਾ ਵੀ ਦਿਖ ਨਹੀਂ ਰਿਹਾ, ਅਸੀਂ ਸਿਰਫ ਇੱਕ ਗੋਡੇ 'ਤੇ ਫੋਕਸ ਕਰਕੇ ਦੇਖ ਰਹੇ ਹੈਗੇ ਆ। ਤਾਂ ਜਿਹੜੀ ਅਲਾਈਨਮੈਂਟ ਹੈਗੀ ਆ ਉਹ ਚੂਲੇ ਤੋਂ ਲੈ ਕੇ ਗਿੱਟੇ ਤੱਕ ਆਪਾਂ ਨੂੰ ਦੇਖਣੀ ਪੈਂਦੀ ਹੈ। ਬਟ ਜੇ ਆਪਾਂ ਲੇਟੈਸਟ ਟੈਕਨੀਕਸ ਜਿਵੇਂ ਕਿ ਕੰਪਿਊਟਰ ਨੈਵੀਗੇਸ਼ਨ ਹੋ ਗਈ ਜਾਂ ਫਿਰ ਰੋਬੋਟਿਕ ਸਰਜਰੀ ਦੇ ਨਾਲ ਹੋ ਗਿਆ, ਤਾਂ ਇਹਨਾਂ ਟੈਕਨੀਕਸ ਦੇ ਨਾਲ ਸਾਨੂੰ ਐਕੂਰੇਸੀ ਨੈਕਸਟ ਲੈਵਲ 'ਤੇ ਲਿਜਾ ਸਕਦੇ। ਜਿਵੇਂ ਕੰਪਿਊਟਰਾਈਜ਼ ਸਰਜਰੀ ਨਾਲ 95% ਹੋ ਜਾਂਦੀ ਹੈ ਅਤੇ ਰੋਬੋਟਿਕ ਸਰਜਰੀ ਨਾਲ 99.9% ਹੋ ਜਾਂਦੀ ਹੈ। ਤਾਂ ਰੋਬੋਟਿਕ ਸਰਜਰੀ ਦੇ ਵਿੱਚ ਕੀ ਹੈ ਕਿ ਹਰ ਪੇਸ਼ੈਂਟ ਦੀ ਇੱਕ ਅਸੀਂ ਪ੍ਰੀ ਪਲੈਨਿੰਗ ਕਰ ਸਕਦੇ ਹਾਂ। ਹਰ ਪੇਸ਼ੈਂਟ ਦਾ ਚਲੋ ਨਾ ਆਪਾਂ ਕਹਿੰਦੇ ਹਰ ਬੰਦੇ ਦਾ ਫੇਸ ਸੇਮ ਨਹੀਂ ਹੈਗਾ, ਆਵਾਜ਼ ਸੇਮ ਨਹੀਂ ਹੈਗੀ, ਇਸੇ ਤਰੀਕੇ ਨਾਲ ਹਰ ਪੇਸ਼ੈਂਟ ਦੇ ਗੋਡੇ ਵੀ ਸੇਮ ਨਹੀਂ ਹੈਗੇ। ਕਿਸੇ 'ਚ ਖਰਾਬੀ ਵੱਧ ਹੈ, ਕਿਸੇ 'ਚ ਅਲਾਈਨਮੈਂਟ ਡਿਫਰੈਂਟ ਹੈ। ਤਾਂ ਹਰ ਪੇਸ਼ੈਂਟ ਦੀ ਅਸੀਂ ਇਸ ਜਿਹੜੀ ਫੁੱਲੀ ਐਕਟਿਵ ਰੋਬੋਟ ਹੈ ਇਹਦੇ ਵਿੱਚ ਅਸੀਂ ਪ੍ਰੀ ਪਲੈਨਿੰਗ ਕਰ ਸਕਦੇ ਹਾਂ। ਹਰ ਪੇਸ਼ੈਂਟ ਦਾ ਇੱਕ CT ਸਕੈਨ ਹੁੰਦਾ ਹੈ ਹਿਪ ਤੋਂ ਲੈ ਕੇ ਐਂਕਲ ਤੱਕ, ਉਹਦੇ ਥਰੂ ਅਸੀਂ ਕੰਪਿਊਟਰ ਦੇ ਵਿੱਚ ਉਹਦੀ ਸੈਗਮੈਂਟੇਸ਼ਨ ਕਰਕੇ ਸਾਰੇ ਪੁਆਇੰਟਸ ਡਿਫਰੈਂਟ ਮਾਰਕ ਕਰਦੇ ਹੈਗੇ ਆ। ਅਤੇ ਉਹ ਜਦੋਂ ਮਾਰਕਿੰਗ ਹੋ ਜਾਂਦੀ ਹੈ ਤਾਂ ਅਸੀਂ ਇੱਕ ਤਰ੍ਹਾਂ ਦੀ ਵਰਚੁਅਲ ਸਰਜਰੀ ਮਤਲਬ ਕੰਪਿਊਟਰ 'ਤੇ ਅਸੀਂ ਆਪਰੇਸ਼ਨ ਤੋਂ ਪਹਿਲੇ ਇੱਕ ਵਾਰੀ ਆਪਰੇਸ਼ਨ ਕਰਕੇ ਦੇਖ ਲੈਂਦੇ, ਜਿਸ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਗੋਡੇ ਦਾ ਕੀ ਸਾਈਜ਼ ਫਿੱਟ ਹੋਣਾ ਹੈਗਾ, ਕਿੰਨੀ ਹੱਡੀ ਉਸ ਦੇ ਵਿੱਚ ਰਿਮੂਵ ਕਰਨੀ ਪੈਣੀ ਹੈਗੀ ਹੈ, ਕਿੰਨੇ ਮਿਲੀਮੀਟਰ ਕਿਸ ਡਾਇਰੈਕਸ਼ਨ ਦੇ ਵਿੱਚ, ਐਂਗਲਸ ਵੀ ਆਪਾਂ ਚੇਂਜ ਕਰ ਸਕਦੇ ਹਾਂ, ਰੋਟੇਸ਼ਨ ਚੇਂਜ ਕਰਦੇ ਹਾਂ, ਮਤਲਬ ਹਾਈ ਲੈਵਲ ਆਫ ਫਰੀਡਮ ਹੈਗਾ। ਐਂਡ ਫੈਨ ਜਦੋਂ ਅਸੀਂ ਫਾਈਨਲ ਆਪਣਾ ਪਲਾਨ ਬਣਾ ਲੈਂਦੇ ਹਾਂ, ਆਪਰੇਟ ਕਰਨਾ ਸ਼ੁਰੂ ਕਰਦੇ ਹਾਂ, ਤਾਂ ਉਹਦੇ ਵਿੱਚ ਵੀ ਅਸੀਂ ਕਹਿ ਲਓ ਨਾ ਇੱਕ 3D ਜ਼ੋਨ ਬਣ ਜਾਂਦਾ ਜਿਹਦੇ ਵਿੱਚ ਕਿ ਕੰਪਿਊਟਰ ਰੋਬੋਟ ਅਸੀਂ ਸਾਰਾ ਕੁਝ ਇੱਕ ਦੂਜੇ ਨੂੰ ਦੇਖ ਪਾਉਂਦੇ ਹੈਗੇ ਆ। ਕੰਪਿਊਟਰ ਸਕਰੀਨ ਦੇ ਉੱਪਰ ਗੋਡੇ ਦੀ ਹਰ ਮੂਵਮੈਂਟ ਨੂੰ ਆਪਾਂ ਦੇਖ ਪਾਉਂਦੇ ਹਾਂ। ਜਿਹੜੇ ਗੋਡੇ ਦੇ ਅੰਦਰ ਗੈਪਸ ਨੇ ਉਹਨਾਂ ਨੂੰ ਅਸੀਂ ਰੀਅਲ ਟਾਈਮ ਚੈੱਕ ਕਰ ਪਾਉਂਦੇ ਹਾਂ, 1-1 ਮਿਲੀਮੀਟਰ ਦੇ ਲੈਵਲ ਤੱਕ ਆਪਾਂ ਦੇਖ ਪਾਉਂਦੇ ਹੈਗੇ ਆ। ਤਾਂ ਇਹ ਸਾਰੀ ਚੀਜ਼ਾਂ ਦੇਖ ਕੇ ਅਸੀਂ ਉੱਥੇ ਫਾਈਨ ਐਡਜਸਟਮੈਂਟਸ ਕਰ ਸਕਦੇ ਹਾਂ ਗੋਡੇ ਦੀ ਰੋਟੇਸ਼ਨ ਦੇ ਵਿੱਚ, ਅਤੇ ਤਾਂ ਕਿ ਆਪਾਂ ਨੂੰ ਬਹੁਤ ਜ਼ਿਆਦਾ ਮਾਸਪੇਸ਼ੀਆਂ ਨੂੰ ਛੇੜਛਾੜ ਨਾ ਕਰਨੀ ਪਏ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਤਾਂ ਐਕੂਰੇਸੀ ਬਹੁਤ ਹਾਈ ਹੋ ਗਈ ਹੈ, ਪ੍ਰਸੀਜਨ ਹਾਈ ਹੋ ਗਿਆ ਹੈ। ਇਹਦੇ ਨਾਲ ਆਪਣੇ ਜਿਹੜੇ ਮਾਸਪੇਸ਼ੀਆਂ ਜਾਂ ਮਸਲਸ ਨੇ ਉਹਨਾਂ ਨੂੰ ਜਿਹੜੀ ਚੀਰ ਫੜ ਕਰਨੀ ਪੈਂਦੀ ਸੀ ਉਹ ਬਹੁਤ ਘੱਟ ਗਈ ਹੈ। ਇਹਨਾਂ ਕਾਰਨਾਂ ਕਰਕੇ ਕਮਜ਼ੋਰੀ ਘੱਟ ਆਉਂਦੀ ਹੈਗੀ ਹੈ, ਪੇਨ ਘੱਟ ਹੁੰਦੀ ਹੈਗੀ ਹੈ, ਪੇਸ਼ੈਂਟ ਜਲਦੀ ਤੁਰਨ ਫਿਰਨ ਲੱਗ ਜਾਂਦੇ ਨੇ ਅਤੇ ਬਹੁਤ ਜਲਦੀ ਆਪਣੀ ਨੋਰਮਲ ਲਾਈਫ 'ਚ ਵਾਪਸ ਜਾਂਦੇ ਨੇ। ਨਾਲ ਉਹਨਾਂ ਦਾ ਜਿਹੜਾ ਇੱਕ ਫੀਲਿੰਗ ਪਹਿਲੇ ਹੁੰਦੀ ਸੀ ਨਾ ਗੋਡੇ ਬਦਲਦੇ ਆ ਜਦੋਂ ਨੋਰਮਲ ਟੈਕਨੀਕ ਨਾਲ ਬਦਲਦੇ ਸੀ ਤਾਂ ਕਿਸੇ ਨੂੰ ਐਂ ਲੱਗਦਾ ਸੀ ਜੀ ਓਪਰਾ ਲੱਗਦਾ ਹੈਗਾ, ਤਾਂ ਉਹ ਵਾਲੀ ਵੀ ਫੀਲਿੰਗ ਇਹਦੇ ਨਾਲ ਘੱਟ ਗਈ ਹੈ। ਇਹਦੇ ਨਾਲ ਜ਼ਿਆਦਾ ਨੈਚੁਰਲ ਫੀਲ ਹੁੰਦਾ ਹੈ ਅਤੇ ਜਿੰਨੇ ਐਕੂਰੇਟ ਆਪਾਂ ਗੋਡੇ ਪਾਉਂਦੇ ਹਾਂ ਉਹਨਾਂ ਉਹ ਲੰਬਾ ਗੋਡਾ ਚੱਲਦਾ ਹੈਗਾ। ਅਤੇ ਜਿਹੜੀ ਫਾਈਨਲ ਡਿਲੀਵਰੀ ਹੈ ਆਪਰੇਸ਼ਨ ਵੇਲੇ ਉਹ ਵੀ ਇਹਦੇ ਵਿੱਚ ਰੋਬੋਟ ਦੇ ਥਰੂ ਹੋ ਰਹੀ ਹੈ, ਜਿਹੜਾ ਕਿ ਫੁੱਲੀ ਐਕਟਿਵ ਰੋਬੋਟ ਹੈ। ਜਦੋਂ ਫਾਈਨਲ ਪਲਾਨ ਅਸੀਂ ਡਿਸਾਈਡ ਕਰ ਲੈਂਦੇ ਹਾਂ ਤਾਂ ਸਾਡੀ ਓਬਜ਼ਰਵੇਸ਼ਨ ਦੇ ਅੰਡਰ ਜਿਹੜੀ ਫਾਈਨਲ ਜਿਹੜੀ ਬੋਨ ਰਿਮੂਵ ਹੁੰਦੀ ਹੈ ਜਿਹਦੇ ਨਾਲ ਕਿ ਇੱਕ ਸ਼ੇਪ ਪ੍ਰੋਪਰ ਆ ਜਾਣੀ ਹੈ, ਜਿਹਦੇ 'ਤੇ ਆ ਕੇ ਇੰਪਲਾਂਟ ਨੇ ਕੈਪ ਨੇ ਫਿੱਟ ਹੋਣਾ ਹੈ, ਉਹ ਫਾਈਨਲ ਡਿਲੀਵਰੀ ਰੋਬੋਟ ਦੇ ਥਰੂ ਹੁੰਦੀ ਹੈ, ਜਿਹਦੇ ਨਾਲ ਕਿ ਆਪਾਂ ਨੂੰ ਇੱਕ ਸਬ ਮਿਲੀਮੀਟਰ ਲੈਵਲ 'ਤੇ ਐਕੂਰੇਸੀ ਮਿਲ ਜਾਂਦੀ ਹੈ। ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਰੋਬੋਟਿਕ ਤਰੀਕੇ ਦੇ ਨਾਲ ਸਿਰਫ ਆਪਣੇ ਕੋਲ ਇੱਥੇ ਹੀ ਇਲਾਜ ਕੀਤਾ ਜਾਂਦਾ ਹੈ, ਤੁਹਾਡੇ ਹਸਪਤਾਲ ਦੇ ਵਿੱਚ ਹੋਰ ਵੀ ਕੋਈ ਪੰਜਾਬ ਦੇ ਵਿੱਚ ਕਿਸੇ ਹੋਰ ਥਾਂ 'ਤੇ ਵੀ ਇਸ ਤਰੀਕੇ ਦੇ ਨਾਲ ਇਲਾਜ ਹੋ ਰਿਹਾ ਹੈ? ਜੀ, ਰੋਬੋਟਿਕ ਟੈਕਨੀਕ ਦੇ ਨਾਲ ਲਾਸਟ 3 ਇਅਰਸ ਤੋਂ ਪੰਜਾਬ ਦੇ ਵਿੱਚ ਇਲਾਜ ਹੋ ਰਹੇ ਨੇ। ਬਟ ਜਿਹੜੇ ਵੀ ਸਾਰੇ ਰੋਬੋਟਸ ਨੇ ਜਿਵੇਂ ਕਿ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਰਗੇ ਸ਼ਹਿਰਾਂ ਦੇ ਵਿੱਚ ਉਹ ਸਾਰੇ ਹੈਗੇ ਨੇ ਜੀ ਸੈਮੀ ਐਕਟਿਵ ਰੋਬੋਟਸ। ਸੈਮੀ ਐਕਟਿਵ ਰੋਬੋਟਸ ਦੇ ਵਿੱਚ ਇੱਕ ਤਾਂ ਜਿਹੜੀ ਆਪਾਂ ਨਹੀਂ ਕਰ ਸਕਦੇ ਉਹ ਹੈਗੀ ਪ੍ਰੀ ਪਲੈਨਿੰਗ। CT ਸਕੈਨ ਦੇ ਨਾਲ ਜਿਹੜੀ ਆਪਾਂ ਪ੍ਰੀ ਪਲੈਨ ਕਰਕੇ ਡਿਸਾਈਡ ਕਰ ਲੈਂਦੇ ਹਾਂ ਕਿ ਕਿਹੜਾ ਆਪਣਾ ਇੰਪਲਾਂਟ ਪਾਉਣਾ ਹੈਗਾ, ਉਹ ਜਿਹੜੇ ਆਪਣਾ ਸੈਮੀ ਐਕਟਿਵ ਰੋਬੋਟਸ ਦੇ ਵਿੱਚ ਨਹੀਂ ਹੋ ਸਕਦਾ। ਸੈਕਿੰਡ ਇਜ਼ ਜਦੋਂ ਆਪਾਂ ਸੈਮੀ ਐਕਟਿਵ ਰੋਬੋਟ ਦੇ ਨਾਲ ਆਪਰੇਟ ਕਰਦੇ ਹਾਂ ਉਹਦੇ ਵਿੱਚ ਜਿਹੜਾ ਮਿਲਿੰਗ ਟੂਲ ਹੈ ਉਹਨੂੰ ਸਰਜਨ ਨੂੰ ਹੱਥ ਦੇ ਨਾਲ ਪਕੜ ਕੇ ਜਿਹੜੀ ਬੋਨ ਰਿਮੂਵ ਕਰਾਉਣੀ ਪੈਂਦੀ ਹੈ। ਤਾਂ ਉਹਦੇ ਵਿੱਚ ਜਦੋਂ ਇੱਕ ਕਹਿ ਲਓ ਨਾ ਹੱਥ ਜਿੰਨਾ ਵੀ ਸਟੇਬਲ ਹੋ ਜਾਏ ਉਹ 1 ਜਾਂ 2 mm ਲੈਵਲ ਉੱਪਰ ਥੱਲੇ ਕਰ ਸਕਦਾ ਹੈਗਾ, ਤਾਂ ਉਹਦੇ ਵਿੱਚ ਐਰਰ ਹੋਣ ਦੇ ਚਾਂਸ ਫੇਰ ਨੇ। ਬਿਕੋਜ਼ ਜਦੋਂ ਫਾਈਨਲ ਕੱਟ ਲੈ ਰਿਹਾ ਉਦੋਂ ਇੱਕ ਮੈਨੂਅਲ ਜਾਂ ਕਹਿ ਲਓ ਮੈਨੂਅਲ ਇੰਟਰਵੈਂਸ਼ਨ ਆਪਾਂ ਨੂੰ ਨਾਲ ਕਰਨੀ ਪੈ ਰਹੀ ਹੈ। ਤਾਂ ਜਿਹੜੀ ਹਾਇਰ ਲੈਵਲ ਆਫ ਐਕੂਰੇਸੀ ਹੈ ਉਹ ਇੱਕ ਫੁੱਲੀ ਐਕਟਿਵ ਰੋਬੋਟ ਹੀ ਦੇ ਸਕਦਾ ਹੈਗਾ, ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਆਪਾਂ ਲੈ ਕੇ ਇੱਥੇ ਆਏ ਹੈਗੇ ਹਾਂ ਬਠਿੰਡਾ ਆਪਣੇ ਨਾਗਪਾਲ ਹਸਪੀਟਲ ਮਾਲ ਰੋਡ ਦੇ ਉੱਪਰ।
ਬਿਲਕੁਲ ਤਾਂ ਬੜੇ ਹੀ ਇੱਕ ਅਨੋਖੇ ਕਿਸਮ ਦੇ ਨਾਲ ਇਲਾਜ ਕੀਤਾ ਜਾ ਰਿਹਾ ਆਧੁਨਿਕ ਤਕਨੀਕ ਇਸ ਨੂੰ ਕਹਿ ਸਕਦੇ ਹਾਂ। ਡਾਕਟਰ ਸਾਹਿਬ ਇਹ ਵੀ ਜਾਣਨਾ ਚਾਹਾਂਗੇ ਕਿ ਇਲਾਜ ਕਰਵਾਉਣ ਦੇ ਲਈ ਹੁਣ ਸਿਰਫ ਪੰਜਾਬ ਤੋਂ ਲੋਕ ਇੱਥੇ ਪਹੁੰਚ ਰਹੇ ਨੇ ਕਿ ਕੋਈ ਦੂਜੇ ਸੂਬਿਆਂ ਤੋਂ ਜਾਂ ਦੂਜੇ ਦੇਸ਼ਾਂ ਤੋਂ ਵੀ ਲੋਕ ਇੱਥੇ ਪਹੁੰਚ ਰਹੇ ਨੇ? ਦੇਖੋ ਇਸ ਕੁਐਸਚਨ ਦੇ ਨੂੰ ਆਨਸਰ ਕਰਨ ਲਈ ਥੋੜਾ ਬਹੁਤ ਆਪਾਂ ਨੂੰ ਇਹਦਾ ਪ੍ਰਾਈਸ ਸਟਰਕਚਰ ਵੀ ਨਾਲ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਬਿਕੋਜ਼ ਅਸੀਂ ਬਠਿੰਡੇ ਦੇ ਵਿੱਚ ਪਿਛਲੇ 40 ਇਅਰਸ ਤੋਂ ਇਸ ਹਸਪੀਟਲ ਦੇ ਵਿੱਚ ਸੇਵਾ ਦੇ ਰਹੇ ਹੈਗੇ ਹਾਂ। ਪਹਿਲੇ ਸਾਡੇ ਪੇਰੈਂਟਸ ਇੱਥੇ ਸੀਗੇ, ਫਿਰ ਅਸੀਂ 2011 ਤੋਂ ਮੈਂ ਇੱਥੇ ਜੁਆਇਨ ਕੀਤਾ ਹੈਗਾ। ਤਾਂ ਸ਼ੁਰੂ ਤੋਂ ਇੱਕ ਕਹਿ ਲਓ ਫੈਮਿਲੀ ਦਾ ਵਿਜ਼ਨ ਰਿਹਾ ਕਿ ਜਿਸ ਏਰੀਆ ਨੇ ਸਾਨੂੰ ਇਹਨਾਂ ਦਿੱਤਾ ਅਸੀਂ ਉਹਨੂੰ ਕੁਛ ਨਾ ਕੁਛ ਵਾਪਸ ਕਰੀਏ। ਤਾਂ ਇਸੇ ਕਰਕੇ ਜਿਹੜੀਆਂ ਲੇਟੈਸਟ ਟੈਕਨੀਕਸ ਨੇ ਅਸੀਂ ਲੈ ਕੇ ਆਉਂਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਕਿ ਵਰਲਡ ਦੇ ਵਿੱਚ ਜੋ ਵੀ ਬੈਸਟ ਫੈਸਿਲਿਟੀ ਹੈ ਉਹ ਸਾਡੇ ਏਰੀਆ ਦੇ ਵਿੱਚ ਸਾਨੂੰ ਮਿਲਣੀ ਚਾਹੀਦੀ ਹੈ, ਸਾਡੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਅਤੇ ਮੋਸਟ ਇੰਪੋਰਟੈਂਟਲੀ ਇੱਕ ਅਫੋਰਡੇਬਲ ਪ੍ਰਾਈਸ 'ਤੇ ਮਿਲਣੀ ਚਾਹੀਦੀ ਹੈ। ਇਸੇ ਕਰਕੇ ਬਿਕੋਜ਼ ਇਹੀ ਸਰਜਰੀ ਜੇ ਆਪਾਂ ਕਹ ਲਈਏ ਦਿੱਲੀ ਦੇ ਵਿੱਚ ਵੀ ਇਹ ਫੁੱਲੀ ਐਕਟਿਵ ਰੋਬੋਟਸ ਅਵੇਲੇਬਲ ਨੇ, ਬਟ ਉੱਥੇ ਜੇ ਦੋਨੋਂ ਗੋਡਿਆਂ ਦੀ ਸਰਜਰੀ ਕਹੀਏ ਤਾਂ ਅਰਾਊਂਡ 6 to 7 lakhs ਦਾ ਖਰਚਾ ਆ ਜਾਂਦਾ ਹੈਗਾ। ਜੋ ਚੀਜ਼ ਅਸੀਂ ਜਦੋਂ ਹੁਣ ਇੱਥੇ ਲੈ ਕੇ ਆਏ ਹਾਂ ਤਾਂ ਅਸੀਂ 3.5 ਤੋਂ 4 ਦੀ ਰੇਂਜ ਦੇ ਵਿੱਚ ਉਸ ਨੂੰ ਕਰ ਰਹੇ ਹੈਗੇ ਹਾਂ। ਤਾਂ ਇੱਕ ਅਫੋਰਡੇਬਿਲਿਟੀ ਫੈਕਟਰ ਹੋਣ ਦੇ ਕਾਰਨ ਸਾਡੇ ਕੋਲ ਕੈਨੇਡਾ, ਆਸਟ੍ਰੇਲੀਆ ਤੋਂ ਬਹੁਤ ਪੇਸ਼ੈਂਟਸ ਆ ਰਹੇ ਹੈਗੇ ਨੇ ਜਿਹੜੇ ਆਪਣੇ ਪੰਜਾਬੀ ਉੱਥੇ ਬੈਠੇ ਨੇ, ਉਹਨਾਂ ਦੇ ਰਿਸ਼ਤੇਦਾਰ ਇੱਥੇ ਸਾਨੂੰ ਆ ਕੇ ਪਹਿਲੇ ਮਿਲ ਕੇ ਜਾ ਰਹੇ ਨੇ ਅਤੇ ਆਪਣੇ ਆਪ ਉਹਨਾਂ ਦੀ ਅਪੋਇੰਟਮੈਂਟਸ ਲੈ ਕੇ ਜਾ ਰਹੇ ਨੇ। ਜਿਹੜੇ ਵੀ ਸਾਡੇ ਕੈਨੇਡੀਅਨ ਪੇਸ਼ੈਂਟਸ ਨੇ ਉਹ ਸਾਡੇ ਤੋਂ ਆਉਣ ਤੋਂ ਪਹਿਲੇ ਸਾਡੇ ਨਾਲ ਰਾਬਤਾ ਕਾਇਮ ਕਰਦੇ ਨੇ WhatsApp ਦੇ ਰਾਹੀਂ, ਕਾਲ ਦੇ ਰਾਹੀਂ, ਅਤੇ ਉਹਦੇ ਨਾਲ ਨੂੰ ਅਸੀਂ ਅਪੋਇੰਟਮੈਂਟ ਦੇ ਦਿੰਦੇ ਹਾਂ। ਮੋਸਟਲੀ ਸਾਰਿਆਂ ਨੂੰ ਅਸੀਂ ਇਹ ਇਨਫੋਰਮ ਕਰਦੇ ਹਾਂ ਕਿ 6 ਤੋਂ 8 ਹਫ਼ਤੇ ਦਾ ਟਾਈਮ ਜ਼ਰੂਰ ਲੈ ਕੇ ਆਈਏ ਤਾਂ ਕਿ ਆਪਣਾ ਜਿਹੜਾ ਰੀਹੈਬ ਪ੍ਰੋਪਰ ਫਿਜ਼ੀਓਥੈਰੇਪੀ ਆਪਾਂ ਜਦੋਂ ਪ੍ਰੋਪਰ ਚੱਲਣ ਲੱਗ ਜਾਈਏ ਉਦੋਂ ਹੀ ਵਾਪਸ ਭੇਜਦੇ ਹਾਂ। ਇਸ ਤੋਂ ਇਲਾਵਾ ਜਿਹੜੇ ਵੱਡੇ ਸ਼ਹਿਰ ਨੋਰਮਲੀ ਜਿੱਥੋਂ ਕਹਿੰਦੇ ਨਾ ਆਪਾਂ ਪਹਿਲੇ ਸੁਣਦੇ ਸੀਗੇ ਕਿ ਛੋਟੇ ਸ਼ਹਿਰਾਂ ਤੋਂ ਲੋਕ ਵੱਡੇ ਸ਼ਹਿਰ ਜਾ ਕੇ ਕਰਾ ਰਹੇ ਨੇ, ਤਾਂ ਹੁਣ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਇੱਥੋਂ ਵੀ ਸਾਰੇ ਪੇਸ਼ੈਂਟਸ ਆਪਣੇ ਕੋਲ ਆ ਰਹੇ ਨੇ। ਅਤੇ ਸਿਰਫ ਪੰਜਾਬ ਹੀ ਨਹੀਂ, ਰਾਜਸਥਾਨ ਅਤੇ ਹਰਿਆਣੇ ਦੇ ਸੂਬਿਆਂ ਤੋਂ ਵੀ ਸਾਡੇ ਕੋਲ ਲੋਕ ਕਾਫੀ ਪੇਸ਼ੈਂਟਸ ਆ ਕੇ ਸਪੈਸ਼ਲੀ ਰੋਬੋਟਿਕਸ ਦੀ ਹੀ ਡਿਮਾਂਡ ਦੇ ਨਾਲ ਆ ਰਹੇ ਹੈਗੇ ਨੇ। ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਇੱਕ ਉਲਟੀ ਗੰਗਾ ਚਲਾ ਦਿੱਤੀ ਹੈਗੀ ਜਿਸ ਕੇ ਪ੍ਰਦੇਸ਼ਾਂ ਤੋਂ ਤੇ ਹੋਰ ਵੱਡੇ ਸ਼ਹਿਰਾਂ ਤੋਂ ਵੀ ਲੋਕ ਸਾਡੇ ਕੋਲ ਬਠਿੰਡੇ ਆ ਕੇ ਇਹ ਸਰਜਰੀ ਕਰਵਾਉਣਾ ਚਾਹ ਰਹੇ। ਬਿਲਕੁਲ, ਤਾਂ ਪੰਜਾਬ ਦੇ ਲਈ ਵੀ ਇਹ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਵਿਦੇਸ਼ਾਂ ਤੋਂ ਲੋਕ ਆ ਕੇ ਖਾਸ ਤੌਰ ਤੇ ਇੱਥੇ ਇਲਾਜ ਕਰਵਾਉਂਦੇ ਨੇ। ਡਾਕਟਰ ਸਾਹਿਬ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਵਿਦੇਸ਼ਾਂ ਤੋਂ ਲੋਕ ਇੱਥੇ ਕਿਉਂ ਆ ਰਹੇ ਨੇ, ਕਿ ਉੱਥੇ ਇਹ ਟੈਕਨੋਲੋਜੀ ਨਹੀਂ ਹੈ? ਦੇਖੋ ਵਿਦੇਸ਼ਾਂ ਤੋਂ ਜਿਹੜੇ ਸਾਡੇ ਕੋਲ ਲੋਕ ਆ ਰਹੇ ਨੇ ਉਹਦੇ 2 ਜਾਂ 3 ਮੇਜਰ ਕਾਰਨ ਨੇ। ਇੱਕ ਤਾਂ ਜਿਵੇਂ ਕੈਨੇਡਾ ਆਪਣਾ ਕਹਿ ਲਓ ਜਿਸ ਸਭ ਤੋਂ ਜ਼ਿਆਦਾ ਪੰਜਾਬੀ ਆਪਣੇ ਬੈਠੇ ਨੇ, ਉੱਥੇ ਜਿਹੜਾ ਹੈਗਾ ਇੱਕ ਪਬਲਿਕ ਹੈਲਥ ਸਿਸਟਮ ਹੈਗਾ ਜਿਹਦੇ ਵਿੱਚ ਕਿ 1.5 ਤੋਂ 2 ਸਾਲ ਦੀ ਵੇਟਿੰਗ ਹੈਗੀ ਹੈ। ਤਾਂ ਇੰਨੀ ਵੇਟਿੰਗ ਜਦੋਂ ਦਰਦ ਇੰਨਾ ਬੁਰੀ ਤਰ੍ਹਾਂ ਹੋ ਰਿਹਾ ਹੋਏ ਤਾਂ 2-2 ਸਾਲ ਵੇਟ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਸੈਕਿੰਡ ਇਜ਼ ਕਿ ਉੱਥੇ ਅਪੋਇੰਟਮੈਂਟ ਜਿਹੜੀ ਹੈ ਉਹ ਲਗਭਗ ਆਪਾਂ ਨੂੰ ਇੱਕ ਗੋਡੇ ਦੀ ਐਟ ਅ ਟਾਈਮ ਮਿਲਦੀ ਹੈਗੀ, ਦੋਵੇਂ ਇਕੱਠੇ ਸਰਜਰੀ ਨਹੀਂ ਹੁੰਦੀ। ਇੰਡੀਆ ਦੇ ਵਿੱਚ ਜੇ ਪੇਸ਼ੈਂਟ ਹਾਰਟ ਵੱਲੋਂ ਫਿੱਟ ਹੈ, ਕੋਈ ਉਹਨੂੰ ਹੋਰ ਕੋਮੋਰਬਿਡ ਡਿਜ਼ੀਜ਼ ਨਹੀਂ ਹੈਗੀ, ਤਾਂ ਅਸੀਂ 70 ਇਅਰਸ ਤੋਂ ਘੱਟ ਵਾਲੇ ਮਰੀਜ਼ਾਂ ਦੇ ਦੋਨੋਂ ਇਕੱਠੇ ਗੋਡੇ ਕਰ ਸਕਦੇ ਹੈਗੇ ਆ। ਤਾਂ ਇਹ ਕੁਝ ਕਾਰਨ ਨੇ, ਪਲੱਸ ਜਿਹੜੀ ਕਹਿ ਲਓ ਲੇਟੈਸਟ ਟੈਕਨੋਲੋਜੀ ਹੈ ਉਹ ਵੀ ਵਿਦੇਸ਼ਾਂ ਦੇ ਵਿੱਚ ਅੱਜ ਕੱਲ੍ਹ ਘੱਟ ਯੂਜ਼ ਹੋ ਰਹੀ ਹੈ ਬਿਕੋਜ਼ ਕੋਸਟ ਫੈਕਟਰ ਇਹਦਾ ਹੈਗਾ। ਜਿਹੜੀ ਮਸ਼ੀਨਸ ਹੈ ਦੇ ਆਰ ਵੈਰੀ ਕੋਸਟਲੀ। ਤਾਂ ਜਿਹੜਾ ਪਬਲਿਕ ਹੈਲਥ ਸਿਸਟਮ ਹੈਗਾ ਜਿਵੇਂ ਕਿ ਕੈਨੇਡੀਅਨ ਹੋ ਗਿਆ ਜਾਂ UK ਦੇ ਵਿੱਚ ਹੋ ਗਿਆ, ਉਹ ਹਰ ਹੌਸਪੀਟਲ ਇਸ ਨੂੰ ਨਹੀਂ ਅਫੋਰਡ ਕਰ ਸਕਦਾ ਅਤੇ ਇਸ ਕਰਕੇ ਲੋਕ ਕਹਿ ਲਓ ਉੱਥੇ ਨੋਰਮਲ ਸਰਜਰੀਜ਼ ਹੀ ਕਰਾ ਰਹੇ ਨੇ। ਤਾਂ ਇਸ ਕਰਕੇ ਵੀ ਲੋਕ ਸਾਡੇ ਕੋਲ ਆ ਰਹੇ ਨੇ ਬਿਕੋਜ਼ ਇੱਥੇ ਆਪਾਂ ਲੇਟੈਸਟ ਟੈਕਨੀਕਸ ਦੇ ਨਾਲ ਬਹੁਤ ਹੀ ਅਫੋਰਡੇਬਲ ਰੇਟਸ ਦੇ ਵਿੱਚ ਕਰ ਰਹੇ ਹੈਗੇ ਹਾਂ। ਅਤੇ ਨਾਲ ਜਿਹੜਾ ਵੀ ਸਾਡਾ ਪੇਸ਼ੈਂਟ ਸਾਡੇ ਨਾਲ ਕਨੈਕਟ ਹੁੰਦਾ ਹੈ ਉਹ ਸਾਡੇ ਨਾਲ ਇੱਕ ਤਰ੍ਹਾਂ ਦਾ 1-on-1 ਉਹਦੀ ਰੈਪੋ ਬਣਦੀ ਹੈਗੀ ਹੈ। ਅਪਰੋਚੇਬਿਲਿਟੀ ਇਜ਼ ਈਜ਼ੀ। ਇਹ ਨਹੀਂ ਹੈ ਜਿਵੇਂ ਆਪਾਂ ਕਾਰਪੋਰੇਟ 'ਚ ਜਾਂਦੇ ਹਾਂ ਵੱਡੇ ਹਸਪਤਾਲਾਂ ਤੋਂ, ਉੱਥੇ ਇੱਕ ਵਾਰੀ ਡਾਕਟਰ ਨੂੰ ਮਿਲ ਕੇ ਦੁਬਾਰਾ ਆਪਰੇਸ਼ਨ ਤੋਂ ਬਾਅਦ ਮਿਲਣਾ ਔਖਾ ਹੋ ਜਾਂਦਾ ਹੈ। ਤਾਂ ਮੇਰੇ ਜਿਹੜੇ ਵੀ ਮਰੀਜ਼ ਮੇਰੇ ਕੋਲ ਆਉਂਦੇ ਨੇ ਹਰ ਪੇਸ਼ੈਂਟ ਕੋਲ ਆਪਣਾ ਇੱਕ ਮੇਰਾ ਪ੍ਰਾਈਵੇਟ ਮੋਬਾਈਲ ਨੰਬਰ ਹੁੰਦਾ ਤਾਂ ਕਿ ਦੁੱਖ ਸੁੱਖ ਵੇਲੇ ਕੋਈ ਪ੍ਰੋਬਲਮ ਜੇ ਆਉਂਦੀ ਹੈ ਜਾਂ ਉਹਨਾਂ ਨੂੰ ਕੋਈ ਮਾਈਨਰ ਇਸ਼ੂਜ਼ ਵੀ ਆਉਂਦੇ ਨੇ ਜਿਹਦੇ ਲਈ ਉਹਨਾਂ ਨੂੰ ਆਉਣਾ ਔਖਾ ਲੱਗਦਾ ਤਾਂ ਉਹ ਮੈਨੂੰ ਈਜ਼ੀਲੀ ਆਪਣੇ ਫੋਨ ਦੇ ਥਰੂ ਅਪਰੋਚ ਕਰ ਸਕਦੇ ਨੇ। ਕਈ ਵਾਰ WhatsApp 'ਤੇ ਮੈਸੇਜ ਡਰੋਪ ਕਰ ਸਕਦੇ ਨੇ। ਜਦੋਂ ਅਸੀਂ ਸਰਜਰੀ ਕਰ ਰਹੇ ਹਾਂ ਤਾਂ ਵਾਪਸ ਅਸੀਂ ਰਿਪਲਾਈ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਅਸੀਂ 1-on-1 ਪੇਸ਼ੈਂਟ ਨੂੰ ਡਾਇਰੈਕਟਲੀ ਡੀਲ ਕਰਕੇ ਉਹਨੂੰ ਠੀਕ ਕਰ ਸਕੀਏ। ਤਾਂ ਇਹ ਸਾਡੀ ਕੋਸ਼ਿਸ਼ ਜ਼ਰੂਰ ਰਹਿੰਦੀ ਹੈ। ਡਾਕਟਰ ਸਾਹਿਬ ਤੁਸੀਂ ਪ੍ਰਾਈਸ ਦੀ ਗੱਲ ਕੀਤੀ, ਤੁਸੀਂ ਦਿੱਲੀ ਦਾ ਪਹਿਲਾਂ ਜ਼ਿਕਰ ਕੀਤਾ ਕਿ ਉੱਥੇ 8 ਤੋਂ 9 ਲੱਖ ਰੁਪਏ ਦੇ ਤਕਰੀਬਨ ਜਿਹੜਾ ਖਰਚਾ ਆਉਂਦਾ, ਤੁਹਾਡੇ ਕੋਲ 2 ਤੋਂ 3 ਲੱਖ ਰੁਪਏ ਦੇ ਆਸ-ਪਾਸ ਦੀ ਅਮਾਊਂਟ ਤੁਸੀਂ ਦੱਸੀ, ਤਾਂ ਰੇਟ ਦੇ ਵਿੱਚ ਇੰਨਾ ਜ਼ਿਆਦਾ ਫਰਕ ਕਿਵੇਂ? ਦੇਖੋ ਜਿਵੇਂ ਜਿਵੇਂ ਸ਼ਹਿਰ ਵੱਡਾ ਹੋਈ ਜਾਂਦਾ ਹੈ ਉਵੇਂ ਕਹਿ ਲਓ ਨਾ ਖਰਚੇ ਵਧੀ ਜਾਂਦੇ ਹੈਗੇ ਨੇ। ਬਟ ਅਸੀਂ ਆਪਣਾ ਇਹੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਇੱਕ ਨਵੀਂ ਟੈਕਨੋਲੋਜੀ ਅਸੀਂ ਲੋਕਾਂ ਲਈ ਲੈ ਕੇ ਆਏ ਹਾਂ, ਜੇ ਅਸੀਂ ਪ੍ਰਾਈਸ ਉਹਦੀ ਬਹੁਤ ਅਪ ਰੱਖ ਲਾਂਗੇ ਤਾਂ ਮੈਕਸਿਮਮ ਲੋਕ ਉਹਨੂੰ ਯੂਜ਼ ਨਹੀਂ ਕਰ ਪਾਉਣਗੇ। ਤਾਂ ਸਾਡੀ ਸੋਚ ਡਿਫਰੈਂਟ ਹੈ। ਅਸੀਂ ਚਾਹੁੰਦੇ ਹਾਂ ਕਿ ਮੈਕਸਿਮਮ ਟੂ ਮੈਕਸਿਮਮ ਲੋਕ ਇਸ ਲੇਟੈਸਟ ਐਡਵਾਂਸ ਨੂੰ ਯੂਜ਼ ਕਰ ਸਕਣ। ਤਾਂ ਜਦੋਂ ਤੱਕ ਵੀ ਸਾਡਾ ਸਿਸਟਮ ਚੱਲਦਾ ਹੈਗਾ ਤਾਂ ਅਸੀਂ ਇਹੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਬਹੁਤ ਹੀ ਨੋਮੀਨਲ ਪ੍ਰਾਈਸ ਦੇ ਵਿੱਚ ਇਹ ਸਰਵਿਸਿਜ਼ ਲੋਕਾਂ ਨੂੰ ਦੇ ਪਾਈਏ ਬਿਕੋਜ਼
ਮੈਕਸਿਮਮ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਇੱਕ ਪ੍ਰੋਪਰ ਟੈਕਨੀਕ ਦੇ ਨਾਲ ਕਰਨ, ਜ਼ਿਆਦਾ ਸਿਹਤਮੰਦ ਹੋਣ, ਉਹਨਾਂ ਦੀ ਸਰਜਰੀ ਜ਼ਿਆਦਾ ਲੰਬੀ ਚੱਲੇ। ਬਿਕੋਜ਼ ਨੀ ਰਿਪਲੇਸਮੈਂਟ ਜੇ ਆਪਾਂ ਪਹਿਲੀ ਵਾਰੀ ਠੀਕ ਕਰ ਲੈਂਦੇ ਹਾਂ ਤਾਂ 99% ਆਪਣੇ ਚਾਂਸਿਸ ਨੇ, ਬਟ ਉਹੀ ਚੀਜ਼ ਜੇ ਆਪਾਂ ਸੈਕਿੰਡ ਜਾਂ ਥਰਡ ਵਾਰੀ ਕਰਨੀ ਪਏ, ਕੋਈ ਦਿੱਕਤ ਆ ਜੇ ਤਾਂ ਉਹਦੇ ਸਕਸੈਸ ਰੇਟ ਵੀ 80-85% ਰਹਿ ਜਾਂਦੇ ਨੇ। ਜੋ ਆਪਾਂ ਐਕਸਪੈਕਟ ਕਰਦੇ ਹਾਂ ਕਿ ਪੇਸ਼ੈਂਟ ਚੌਂਕੜੀ ਮਾਰਨਗੇ, ਉਹ ਸਾਰਾ ਕੁਝ ਸੈਕਿੰਡ ਸਰਜਰੀ ਦੇ ਵਿੱਚ ਨਹੀਂ ਹੋ ਪਾਉਂਦਾ। ਤਾਂ ਹਮੇਸ਼ਾ ਇੱਕ ਪੇਸ਼ੈਂਟਸ ਨੂੰ ਮੈਂ ਇਹ ਵੀ ਗਾਈਡ ਕਰਦਾ ਕਿ ਇੱਕ ਕਹਿ ਲਓ ਨਾ ਸੋਚ ਸਮਝ ਕੇ ਡਿਸੀਜਨ ਲੈਣਾ ਚਾਹੀਦਾ ਕਿ ਆਪਾਂ ਕਿੱਥੇ ਸਰਜਰੀ ਆਪਰੇਟ ਕਰਨੀ ਹੈ। 3 ਜਾਂ 4 ਮੇਜਰ ਫੈਕਟਰਸ ਹੁੰਦੇ ਨੇ ਜੋ ਆਪਾਂ ਨੂੰ ਦੇਖਣੇ ਚਾਹੀਦੇ ਨੇ ਇੱਕ ਸਰਜਰੀ ਕਿੱਥੋਂ ਕਰਾਉਣੀ ਹੈ। ਸਭ ਤੋਂ ਪਹਿਲੇ ਤਾਂ ਆ ਜਾਂਦਾ ਜੀ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਦੈਟ ਇਜ਼ ਐਕਸਪੀਰੀਅੰਸ ਆਫ ਦਾ ਸਰਜਨ। ਜਿਹੜਾ ਮਤਲਬ ਸਰਜਨ ਅਰਾਊਂਡ 5 to 6,000 ਸਰਜਰੀਜ਼ ਕਰ ਚੁੱਕਿਆ ਹੈ, 10 ਸਾਲ ਪਲੱਸ ਦਾ ਐਕਸਪੀਰੀਅੰਸ ਹੈਗਾ, ਤਾਂ ਦੈਟ ਮੈਟਰਸ ਦਾ ਮੋਸਟ। ਬਿਕੋਜ਼ ਗੋਡਾ ਜਿਹੜਾ ਮਰਜ਼ੀ ਪਵਾ ਲਈਏ, ਬਟ ਜੇ ਐਕਸਪੀਰੀਅੰਸ ਨਹੀਂ ਹੈ ਜਾਂ ਉਹਦੀ ਪ੍ਰੋਪਰ ਅਲਾਈਨਮੈਂਟ 'ਚ ਆਪਾਂ ਨਹੀਂ ਪਾਉਂਦੇ ਹਾਂ ਤਾਂ ਉਹ ਗੋਡਾ ਜਲਦੀ ਫੇਲ ਹੋਣ ਦੇ ਚਾਂਸ ਨੇ। ਤਾਂ ਇਟ ਡਜ਼ ਮੈਟਰ ਕਿ ਹਾਂਜੀ ਕਿਸ ਅਲਾਈਨਮੈਂਟ ਦੇ ਗੋਡਾ ਪਾ ਰਹੇ ਹਾਂ ਅਤੇ ਕਿੰਨਾ ਐਕਸਪੀਰੀਅੰਸ ਹੈ। ਬਿਕੋਜ਼ ਜਿਹੜੀ ਬੈਲੈਂਸਿੰਗ ਟੈਕਨੀਕਸ ਨੇ ਉਹ ਟਾਈਮ ਦੇ ਨਾਲ ਹੀ, ਐਕਸਪੀਰੀਅੰਸ ਦੇ ਨਾਲ ਹੀ ਬੰਦਾ ਪ੍ਰੋਪਰਲੀ ਕਰ ਪਾਉਂਦਾ। ਸੈਕਿੰਡ ਇੰਪੋਰਟੈਂਟ ਆ ਜਾਂਦਾ ਜੀ ਆਪਰੇਸ਼ਨ ਥੀਏਟਰ ਦਾ ਇਨਵਾਇਰਮੈਂਟ। ਅਸੀਂ ਕਹਿੰਦੇ ਹਾਂ ਕਿ ਇੱਕ ਜੁਆਇੰਟ ਰਿਪਲੇਸਮੈਂਟ ਲਈ ਮੋਡੂਲਰ ਆਪਰੇਸ਼ਨ ਥੀਏਟਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਬਿਕੋਜ਼ ਉਹਦੇ ਵਿੱਚ ਹੈਪਾ ਫਿਲਟਰਸ ਨੇ, ਉਹਦੇ ਵਿੱਚ ਸਾਰੀ ਏਅਰ ਪਿਊਰੀਫਾਈ ਹੋ ਕੇ ਅੰਦਰ ਆ ਰਹੀ ਹੈ 0.03 ਮਾਈਕਰੋਨਸ ਤੱਕ, ਤਾਂ ਦੈਟ ਡਿਕਰੀਜ਼ਿਜ਼ ਦਾ ਇਨਫੈਕਸ਼ਨ ਰੇਟ। ਤਾਂ ਇਨਫੈਕਸ਼ਨ ਹੀ ਕਿਸ ਸਰਜਰੀ ਦੀ ਮੇਜਰ ਪ੍ਰੋਬਲਮ ਹੈ, ਤਾਂ ਉਹ ਇੱਕ ਪ੍ਰੋਪਰ OT ਅਤੇ ਇੱਕ ਪ੍ਰੋਪਰ ICU ਜਿਹਦੇ ਵਿੱਚ ਹੋਵੇ ਤਾਂ ਉਹ ਬਹੁਤ ਜ਼ਰੂਰੀ ਨੇ। ਤੀਸਰਾ ਆ ਜਾਂਦਾ ਹੈਗਾ ਜੀ ਇੱਕ ਮੈਡੀਕਲ ਟੀਮ ਦੀ ਬੈਕਅਪ ਬਹੁਤ ਜ਼ਰੂਰੀ ਹੈ। ਬਿਕੋਜ਼ ਜਿਹੜੇ ਵੀ ਆਪਣੇ ਆਪਰੇਟ ਕਰਾ ਰਹੇ ਨੇ ਮੋਸਟਲੀ 45-50 ਪਲੱਸ ਹੈਗੇ ਨੇ, ਉਹਨਾਂ ਨੂੰ BP ਦੀ, ਸ਼ੂਗਰ ਦੀ, ਹਾਰਟ ਪ੍ਰੋਬਲਮਸ ਹੁੰਦੀਆਂ ਨੇ, ਤਾਂ ਇੱਕ ICU ਟੀਮ ਦਾ ਹੋਣਾ, ਇੱਕ ਅੱਛੇ ਡਾਕਟਰ ਫਿਜ਼ੀਸ਼ੀਅਨ ਦਾ ਹੋਣਾ ਬਹੁਤ ਜ਼ਰੂਰੀ ਹੈਗਾ ਟੀਮ ਦੇ ਵਿੱਚ, ਤਾਂ ਕਿ ਉਹ ਬਾਅਦ ਦੇ ਵਿੱਚ ਇਹਨਾਂ ਦਿੱਕਤਾਂ ਨੂੰ ਅੱਛੀ ਤਰ੍ਹਾਂ ਡੀਲ ਕਰ ਸਕਣ। ਅਤੇ ਚੌਥੀ ਮੋਸਟ ਇੰਪੋਰਟੈਂਟ ਆ ਜਾਂਦੀ ਇੱਕ ਪ੍ਰੋਪਰ ਫਿਜ਼ੀਓਥੈਰੇਪੀ ਟੀਮ ਹੋਣਾ। ਫਿਜ਼ੀਓਥੈਰੇਪੀ ਮੰਨ ਕੇ ਆਪਾਂ ਚੱਲੀਏ 40 to 50% ਰੋਲ ਪਲੇ ਕਰਦੀ ਹੈ, ਕਿਉਂਕਿ ਸਰਜਰੀ ਤੋਂ ਬਾਅਦ ਨੈਕਸਟ ਦਿਨ ਪੇਸ਼ੈਂਟ ਨੂੰ ਆਪਾਂ ਖੜਾ ਕਰਨਾ ਹੈ, ਉਹਨੂੰ ਕੰਫਰਟੇਬਲੀ ਤੁਰਨ ਫਿਰਨ ਲਾਉਣਾ, ਉਹਨਾਂ ਦੀ ਗੋਡੇ ਦੀ ਰੇਂਜ ਆਫ ਮੋਸ਼ਨ ਆਪਾਂ ਵਾਪਸ ਲੈ ਕੇ ਆਉਣੀ ਹੈ, ਤਾਂ ਇੱਕ ਪ੍ਰੋਪਰ ਫਿਜ਼ੀਓਥੈਰੇਪੀ ਟੀਮ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਿੱਥੇ ਆਪਾਂ ਨੂੰ ਇੱਕ ਸੈਂਟਰ 'ਚ ਮਿਲ ਜਾਂਦੀਆਂ ਹੈਗੀਆਂ ਨੇ, ਤਾਂ ਆਪਾਂ ਨੂੰ ਉਹੀ ਸਾਰਾ ਕੁਝ ਸਟੱਡੀ ਕਰਕੇ ਦੇਖ ਕੇ ਕਰਾਉਣਾ ਚਾਹੀਦਾ। ਬਿਕੋਜ਼ ਇੱਕ ਬੰਦੇ ਦਾ ਕੰਮ ਨਹੀਂ ਹੈਗਾ, ਦਿਸ ਇਜ਼ ਅ ਟੀਮ ਵਰਕ, ਅਤੇ ਜਿੱਥੇ ਪ੍ਰੋਪਰ ਟੀਮ ਹੋਏਗੀ ਉੱਥੇ ਹੀ ਆਪਾਂ ਨੂੰ ਅੱਛੇ ਰਿਜ਼ਲਟਸ ਮਿਲ ਪਾਉਣਗੇ। ਬਿਲਕੁਲ ਡਾਕਟਰ ਸਾਹਿਬ, ਅਸੀਂ ਇਹ ਵੀ ਚੀਜ਼ ਸੁਣ ਰਹੇ ਹਾਂ, ਜਿਸ ਤਰ੍ਹਾਂ ਆਪਾਂ ਅਕਸਰ ਸੁਣਦੇ ਹਾਂ, ਕਦੇ ਅੱਖਾਂ ਦਾ ਕੈਂਪ ਲੱਗਦਾ ਹੈ, ਖੂਨਦਾਨ ਕੈਂਪ ਲੱਗਦਾ, ਅਸੀਂ ਹੁਣ ਸੁਣਿਆ ਗੋਡਿਆਂ ਦਾ ਕੈਂਪ ਲਾਇਆ ਜਾ ਰਿਹਾ ਤੁਹਾਡੇ ਹਸਪਤਾਲ ਦੇ ਵੱਲੋਂ। ਜੀ ਬਿਲਕੁਲ, ਅਸੀਂ ਸਾਡਾ ਹਸਪੀਟਲ ਦੀ February-March ਦੇ ਵਿੱਚ ਕਹਿ ਲਓ ਨਾ ਸਾਲਗਿਰਾ ਹੁੰਦੀ ਹੈ। ਇਸ ਸਾਲ ਅਸੀਂ 39 ਈਅਰਸ ਕੰਪਲੀਟ ਕੀਤੇ ਨੇ, ਤਾਂ ਇਸ ਕਰਕੇ ਅਸੀਂ ਹਰ ਸਾਲ ਮਾਰਚ ਦੇ ਵਿੱਚ, February ਅਤੇ ਮਾਰਚ ਦੇ ਵਿੱਚ 1 ਮਹੀਨੇ ਦੇ ਲਈ ਨੀ ਰਿਪਲੇਸਮੈਂਟ ਦਾ ਕੈਂਪ ਲਗਾਉਂਦੇ ਹੈਗੇ ਹਾਂ ਹਸਪੀਟਲ ਦੇ ਵਿੱਚ ਹੀ, ਜਿੱਥੇ ਕਿ ਅਸੀਂ ਕਹਿ ਲਓ ਨਾ ਪ੍ਰੋਪਰ ਫੈਸਿਲਿਟੀ ਦੇ ਵਿੱਚ ਉਹਨਾਂ ਨੂੰ ਇੱਕ ਡਿਸਕਾਊਂਟਡ ਪ੍ਰਾਈਸ 'ਤੇ ਨੀ ਰਿਪਲੇਸਮੈਂਟ ਆਫਰ ਕਰ ਸਕੀਏ, ਅਤੇ ਹੋਰ ਜ਼ਿਆਦਾ ਲੋਕ ਸਾਡੇ ਨਾਲ ਜੁੜ ਪਾਉਣ ਜਿਨ੍ਹਾਂ ਨੂੰ ਇੱਕ ਅੱਛੇ ਰਿਜ਼ਲਟ ਚਾਹੀਦੇ ਨੇ, ਬਟ ਕੰਪਰੋਮਾਈਜ਼ਡ ਸਟੇਟ ਦੇ ਵਿੱਚ ਨਹੀਂ ਚਾਹੀਦੇ, ਅਤੇ ਇੱਕ ਪ੍ਰੋਪਰ ਫੈਸਿਲਿਟੀ ਦੇ ਵਿੱਚ ਕਰ ਰਹੇ ਹਾਂ। ਬਟ ਨੋਰਮਲ ਪ੍ਰਾਈਸ ਨਾਲੋਂ ਅਸੀਂ ਅਰਾਊਂਡ 40,000 ਦਾ ਦੋਵੇਂ ਨੀਜ਼ ਦੇ ਪਿੱਛੇ ਜ਼ਰੂਰ ਇਸ ਟਾਈਮ 'ਤੇ ਡਿਸਕਾਊਂਟ ਕਰਕੇ ਕਰਦੇ ਹਾਂ। ਇਸ ਕੈਂਪ ਦੇ ਵਿੱਚ ਲੋਕ ਮੋਸਟਲੀ ਆ ਕੇ ਕਰਵਾ ਵੀ ਪਾਉਂਦੇ ਨੇ ਔਨ ਦਾ ਸਪੌਟ ਵੀ ਜਿਨ੍ਹਾਂ ਨੇ ਕਰਵਾਉਣਾ, ਅਤੇ ਜੇ ਬਾਈ ਚਾਂਸ ਕਿਸੇ ਨੂੰ ਅੜਿੱਕਾ ਹੁੰਦਾ ਜਾਂ ਕੋਈ 6 ਮਹੀਨੇ ਬਾਅਦ ਕਰਾਉਣਾ ਚਾਹੁੰਦਾ ਹੈ ਤਾਂ ਉਹ ਰਜਿਸਟ੍ਰੇਸ਼ਨ ਫੈਸਿਲਿਟੀ ਵੀ ਅਸੀਂ ਦਿੰਦੇ ਹਾਂ ਕਿ ਆਪਣਾ ਆ ਕੇ ਆਪਣਾ ਉਹ ਰਜਿਸਟਰ ਕਰਵਾ ਲੈਣ, ਅਤੇ ਨੈਕਸਟ 6 ਮੰਥਸ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਟਾਈਮ ਮਿਲਦਾ ਹੈ ਤਾਂ ਉਹ ਇਸੇ ਡਿਸਕਾਊਂਟਡ ਪੈਕੇਜਸ ਦੇ ਉੱਪਰ ਆਪਣਾ ਕਰਾ ਪਾਉਣ। ਕਿਤੇ ਬਾਹਰ ਜਾ ਕੇ ਕੈਂਪ ਨਾ ਕਰਨ ਦਾ ਇੱਕ ਇਹ ਵੀ ਰੀਜ਼ਨ ਹੈ, ਬਿਕੋਜ਼ ਜਦੋਂ ਆਪਾਂ ਕਿਸੇ ਫੋਰਨ এনवायरमेंट 'ਚ ਜਾਂਦੇ ਹੈਗੇ ਹਾਂ ਤਾਂ ਕਈ ਵਾਰ ਆਪਰੇਸ਼ਨ ਥੀਏਟਰਸ ਨਹੀਂ ਮਿਲਦੇ, ਉਹੀ ICU ਬੈਕਅਪਸ ਨਹੀਂ ਮਿਲਦੇ, ਤਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਫੈਸਿਲਿਟੀ ਅਸੀਂ ਨਾਰਮਲੀ ਬੈਸਟ ਰਿਜ਼ਲਟਸ ਦੀ ਇੱਥੇ ਵਰਤਦੇ ਹਾਂ ਉਸੇ ਦੇ ਵਿੱਚ ਹੀ ਅਸੀਂ ਕੈਂਪ ਲਵਾਈਏ, ਅਤੇ ਪੇਸ਼ੈਂਟ ਨੂੰ ਇੱਕ ਬਿਨਾਂ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਕੀਤੇ ਅਸੀਂ ਘੱਟ ਪ੍ਰਾਈਸ ਦੇ ਉੱਪਰ ਪ੍ਰੋਪਰ ਸਰਵਿਸ ਤੇ ਪ੍ਰੋਪਰ ਰਿਜ਼ਲਟਸ ਦੇ ਪਾਈਏ। ਬਿਲਕੁਲ, ਤਾਂ ਡਾਕਟਰ ਸਾਹਿਬ ਅਸੀਂ ਦੇਖਣਾ ਵੀ ਚਾਹਾਂਗੇ ਕਿ ਕਿਹੜਾ ਰੋਬੋਟ ਹੈ ਜਿਸ ਦੇ ਵੱਲੋਂ ਇਲਾਜ ਕੀਤਾ ਜਾਂਦਾ ਹੈ, ਪਰ ਉਸ ਤੋਂ ਪਹਿਲਾਂ ਦਰਸ਼ਕਾਂ ਨੂੰ ਅਸੀਂ ਇਹ ਵੀ ਦੱਸ ਦਈਏ, ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਵੀ ਦਿਖਾ ਰਹੇ ਹਾਂ। ਨਾਗਪਾਲ ਹਸਪਤਾਲ ਹੈ ਬਠਿੰਡਾ ਦੇ ਵਿੱਚ ਇਹ ਹਸਪਤਾਲ ਮੌਜੂਦ ਹੈ, ਤੇ ਤੁਸੀਂ ਸਿੱਧਾ ਫੋਨ ਕਰਕੇ ਹੁਣੇ ਪੁੱਛ ਸਕਦੇ ਹੋ, ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ, ਕੀ ਪ੍ਰੋਸੈਸ ਹੈ, ਕਿੰਨੇ ਸਮੇਂ ਦੇ ਵਿੱਚ ਗੋਡਾ ਬਦਲਿਆ ਜਾਂਦਾ ਹੈ, ਕਦੋਂ ਤੋਂ ਚੱਲਣਾ ਸ਼ੁਰੂ ਹੋ ਜਾਂਦਾ ਆਪਰੇਸ਼ਨ ਤੋਂ ਬਾਅਦ ਬੰਦਾ। ਤਾਂ ਇਹ ਸਾਰੀ ਜਾਣਕਾਰੀ ਜਾਂ ਤੁਹਾਡੇ ਮਨ ਦੇ ਵਿੱਚ ਜੋ ਵੀ ਸਵਾਲ ਨੇ ਤਾਂ ਤੁਸੀਂ ਇਸ ਫੋਨ ਨੰਬਰ ਦੇ ਜ਼ਰੀਏ ਤੁਸੀਂ ਹਸਪਤਾਲ ਦੇ ਵਿੱਚ ਸਿੱਧਾ ਕਾਲ ਕਰ ਸਕਦੇ ਹੋ। ਆਪਾਂ ਮਸ਼ੀਨ ਵੀ ਦੇਖਾਂਗੇ, ਰੋਬੋਟ ਵੀ ਦੇਖਾਂਗੇ, ਪਰ ਉਸ ਤੋਂ ਪਹਿਲਾਂ ਜੋ ਇੱਥੇ ਮਰੀਜ਼ ਪਹੁੰਚੇ ਹੋਏ ਨੇ ਅੱਜ ਹਸਪਤਾਲ ਦੇ ਵਿੱਚ ਗੱਲਬਾਤ ਕਰਨ ਦੇ ਲਈ, ਇੱਕ ਵਾਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਉਹਨਾਂ ਦਾ ਤਜਰਬਾ ਕਿਹੋ ਜਿਹਾ ਰਿਹਾ ਜੋ ਆਪਣੇ ਗੋਡੇ ਬਦਲਾ ਚੁੱਕੇ ਨੇ।
ਤਾਂ ਸਾਡੇ ਨਾਲ ਇੱਥੇ ਕੁਝ ਮਰੀਜ਼ ਵੀ ਹਾਜ਼ਰ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜਿਹਾ ਤਜਰਬਾ ਉਹਨਾਂ ਦਾ ਰਿਹਾ। ਤਾਂ ਸਾਡੇ ਨਾਲ ਮੈਡਮ ਬੈਠੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵਰਿੰਦਰ ਕੌਰ ਬਰਾੜਾ ਜੀ। ਠੀਕ ਹੈ, ਤੁਸੀਂ ਅੱਜ ਹਸਪਤਾਲ ਦੇ ਵਿੱਚ ਆਏ ਹੋ, ਨਾਗਪਾਲ ਹਸਪੀਟਲ ਦੇ ਵਿੱਚ। ਤੁਸੀਂ ਗੋਡੇ ਆਪਣੇ ਇੱਥੋਂ ਬਦਲਾਏ ਨੇ ਜੀ? ਹਾਂਜੀ, ਮੈਂ ਇੱਥੋਂ ਗੋਡੇ ਬਦਲਵਾਏ। ਠੀਕ ਹੈ, ਤੇ ਤੁਸੀਂ ਇੱਥੋਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਜੀ? ਇੱਥੋਂ ਅਸੀਂ ਲੋਕਲ ਬਠਿੰਡੇ ਰਹਿੰਦੇ ਹਾਂ ਜੀ, ਪਰ ਅਸੀਂ ਕੈਨੇਡਾ ਤੋਂ ਆਏ ਹਾਂ ਤੇ ਗੋਡੇ ਬਦਲਾਉਣ ਵਾਸਤੇ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਡਾਕਟਰ ਦਾ ਬਹੁਤ ਵਧੀਆ ਐਕਸਪੀਰੀਅੰਸ ਹੈ। ਸਾਡੇ 1-2 ਰਿਲੇਟਿਵਸ ਨੇ ਗੋਡੇ ਚੇਂਜ ਕਰਵਾਏ ਆ, ਤੇ ਤਾਂ ਕਰਕੇ ਮੈਂ ਇੱਥੇ ਆਪਦਾ ਡਿਸੀਜਨ ਲਿਆ ਵੀ ਮੈਂ ਇੱਥੇ ਗੋਡੇ ਚੇਂਜ ਕਰਵਾ ਕੇ ਜਾਣਾ ਹੈ ਜੀ। ਤਾਂ ਕੈਨੇਡਾ ਤੋਂ ਤੁਸੀਂ ਸਪੈਸ਼ਲ ਆਪਣੇ ਗੋਡੇ ਬਦਲਾਉਣ ਦੇ ਲਈ ਇਸੇ ਹਸਪਤਾਲ ਵਿੱਚ ਆਏ? ਨਹੀਂ ਜੀ, ਇੱਥੇ ਵੈਸੇ ਅਸੀਂ ਵਿਜ਼ਿਟ ਕਰਨ ਵਾਸਤੇ ਆਏ ਸੀਗੇ। ਸਾਨੂੰ ਇੱਥੇ ਆ ਕੇ ਥੋੜੀ ਜਿਹੀ ਪ੍ਰੋਬਲਮ ਹੋ ਗਈ, ਤਾਂ ਕਰਕੇ ਅਸੀਂ ਆਪਦਾ ਉਹ ਲਿਆ ਹੈਗਾ ਡਿਸੀਜਨ। ਕਿਹੋ ਜਿਹਾ ਤਜਰਬਾ ਤੁਹਾਡਾ ਰਿਹਾ? ਡਾਕਟਰ ਦੇ ਬੋਲਣ ਦਾ ਤਰੀਕਾ, ਇੱਥੋਂ ਦੇ ਸਟਾਫ ਦੇ ਬੋਲਣ ਦਾ ਤਰੀਕਾ, ਤੇ ਜਿਹੜੇ ਤੁਹਾਡੇ ਗੋਡੇ ਨੇ, ਜਦੋਂ ਤੁਸੀਂ ਇੱਥੋਂ ਗੋਡੇ ਆਪਣੇ ਬਦਲਾਏ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ, ਤੇ ਪਹਿਲਾਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਸੀ? ਹਾਂਜੀ, ਪਹਿਲਾਂ ਮੈਨੂੰ ਤੁਰਨ ਫਿਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀਗੀ। ਡਾਕਟਰ ਸਾਹਿਬ ਨਾਲ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਉਹ ਫੋਨ ਤੇ ਵੀ ਗੱਲ ਸੁਣਦੇ ਆ, ਸਾਰਾ ਕੁਝ ਕਰਦੇ ਆ। ਜਦੋਂ ਉਹਨਾਂ ਨਾਲ ਸਾਨੂੰ ਕੋਈ ਪ੍ਰੋਬਲਮ ਆਉਂਦੀ, ਅਸੀਂ ਡਿਸਕਸ ਕਰਦੇ ਹਾਂ। ਸਾਡੇ ਨਾਲ ਪੂਰਾ ਟਾਈਮ ਲੈ ਕੇ ਆਪਦਾ ਡਿਸਕਸ ਕਰਦੇ ਆ ਜੀ। ਤਾਂ ਜਦੋਂ ਤੁਸੀਂ ਗੋਡੇ ਆਪਣੇ ਬਦਲਾਏ, ਕਿੰਨਾ ਸਮਾਂ ਗੋਡੇ ਬਦਲਣ ਦੇ ਵਿੱਚ ਲੱਗਿਆ ਤੁਹਾਨੂੰ? ਜਦੋਂ ਤੁਸੀਂ ਇੱਥੇ ਆਏ ਉਸ ਤੋਂ ਬਾਅਦ ਗੋਡੇ ਬਦਲਾਉਣ ਤੋਂ ਕਿੰਨਾ ਸਮਾਂ ਬਾਅਦ ਤੁਸੀਂ ਚੱਲਣਾ ਫਿਰਨਾ ਸ਼ੁਰੂ ਕਰਤਾ ਸੀ? ਹਾਂਜੀ, ਸਾਨੂੰ 3 ਤੋਂ 4 ਘੰਟਿਆਂ ਦੇ ਵਿੱਚ ਸਾਡਾ ਆਪਰੇਟ ਹੋ ਗਿਆ ਜੀ, ਤੇ ਨੈਕਸਟ ਡੇ ਅਸੀਂ ਤੁਰਨਾ ਸ਼ੁਰੂ ਕਰਤਾ ਸੀ ਜੀ। ਹਾਂਜੀ, ਨੈਕਸਟ ਡੇ ਤੋਂ ਹੀ ਤੁਸੀਂ ਚੱਲਣਾ ਫਿਰਨਾ ਸ਼ੁਰੂ ਕਰਤਾ? ਹਾਂਜੀ, ਨੈਕਸਟ ਡੇ ਤੋਂ ਅਸੀਂ 3-4 ਦਿਨ ਵਾਕਰ ਤੇ ਤੁਰਨਾ ਸ਼ੁਰੂ ਕਰਤਾ ਜੀ। 5-6 ਦਿਨ ਜਿੱਦਾਂ ਦਿਨ ਦਾ ਵਾਕਰ ਛੱਡਤਾ ਸੀ, ਆਫਟਰ 1 ਵੀਕ ਬਾਅਦ ਅਸੀਂ ਵੀ ਉਹ ਛੱਡਤਾ ਸੀਗਾ ਡੇ ਦਾ ਵਾਕਰ, ਤੇ ਨਾਈਟ ਵਾਸਤੇ ਲੈਂਦੇ ਸੀ। ਫਿਰ 2-4 ਦਿਨਾਂ ਵਿੱਚ ਨਾਈਟ ਦਾ ਵਾਕਰ ਵੀ ਛੱਡਤਾ। ਤਾਂ ਜਿਵੇਂ ਤੁਸੀਂ ਸੁਣਿਆ ਕਿੱਥੋਂ ਕਿ ਇੱਥੇ ਹੁਣ, ਕਿਉਂਕਿ ਰੋਬੋਟ ਦੇ ਵੱਲੋਂ ਇੱਕ ਗੋਡੇ ਜੋ ਬਦਲੇ ਜਾਂਦੇ ਨੇ, ਆਪਾਂ ਦੇਖਦੇ ਹਾਂ, ਆਮ ਸੁਣਦੇ ਆ ਕਿ ਡਾਕਟਰਾਂ ਦੇ ਵੱਲੋਂ ਡਾਕਟਰਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਤੇ ਹੁਣ ਇੱਥੇ ਇਸ ਹਸਪਤਾਲ ਦੇ ਵਿੱਚ ਇੱਕ ਆਧੁਨਿਕ ਤਕਨੀਕ ਇਸ ਖਾਸ ਤੌਰ ਤੇ ਲੈ ਕੇ ਆਏ ਹਸਪਤਾਲ। ਤਾਂ ਉਸ ਤਕਨੀਕ ਦੇ ਨਾਲ ਜਦੋਂ ਗੋਡੇ ਬਦਲੇ ਗਏ ਤਾਂ ਕਿੰਨਾ ਕੁ ਵਧੀਆ ਤੁਹਾਨੂੰ ਲੱਗਿਆ? ਕਿ ਇਸ ਤੋਂ ਪਹਿਲਾਂ ਕਿਤੇ ਹੋਰ ਹਸਪਤਾਲਾਂ ਦੇ ਵਿੱਚ ਵੀ ਤੁਸੀਂ ਕਿਤੇ ਟਰਾਈ ਕੀਤਾ ਸੀ? ਹਾਂਜੀ, ਮੈਂ 1-2 ਹਸਪੀਟਲਾਂ ਦੇ ਵਿੱਚ ਟਰਾਈ ਕੀਤਾ ਸੀ, ਪਰ ਸਾਡੇ ਰਿਲੇਟਿਵ ਨੇ ਇੱਥੇ ਗੋਡੇ ਚੇਂਜ ਕਰਵਾਏ ਸੀਗੇ। ਫਿਰ ਮੈਂ ਉਹਨਾਂ ਨਾਲ ਡਿਸਕਸ ਕੀਤੀ, ਉਹ ਕਹਿੰਦੇ ਨਹੀਂ ਤੁਸੀਂ ਇੱਥੋਂ ਹੀ ਬਦਲਾਓ। ਅਸੀਂ ਬਦਲਾਏ, ਸਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਬਟ ਉਦੋਂ ਟਾਲਾ ਮਸ਼ ਹੈ ਨਹੀਂ ਸੀਗਾ। ਹੁਣ ਜਿੱਦਾਂ ਵੀ ਮੇਰੀ ਸਰਜਰੀ ਹੋਈ ਹੈਗੀ ਆ ਉਹਦੇ ਨਾਲ, ਰੋਬੋਟਿਕ ਨਾਲ ਜੀ। ਹਾਂਜੀ, ਤਾਂ ਬਿਲਕੁਲ ਇਹ ਜੋ ਇੱਥੇ ਮਰੀਜ਼ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਇੱਥੇ ਆ ਕੇ ਪੂਰੀ ਤਰ੍ਹਾਂ ਦੇ ਨਾਲ ਉਹ ਸੰਤੁਸ਼ਟ ਨੇ। ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਚਿੰਤਾ ਨਹੀਂ, ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ। ਗੋਡੇ ਜਦੋਂ ਇਹਨਾਂ ਨੇ ਬਦਲਾਏ ਤੇ ਅਗਲੇ ਦਿਨ ਤੋਂ ਹੀ ਇਹਨਾਂ ਨੇ ਚੱਲਣਾ ਫਿਰਨਾ ਸ਼ੁਰੂ ਕਰਤਾ। ਤੇ ਖਾਸ ਗੱਲ ਇਹ ਵੀ ਹੈ, ਕੈਨੇਡਾ ਤੋਂ ਸਪੈਸ਼ਲ ਇੱਥੇ ਆਏ ਨੇ, ਬਠਿੰਡਾ ਦੇ ਵਿੱਚ ਪਹੁੰਚੇ ਨੇ, ਨਾਗਪਾਲ ਹਸਪਤਾਲ ਦੇ ਵਿੱਚ, ਸਿਰਫ ਆਪਣੇ ਗੋਡੇ ਬਦਲਾਉਣ ਦੇ ਲਈ ਜੋ ਇੱਥੇ ਖਾਸ ਤੌਰ ਤੇ ਆਏ, ਆਪਣੇ ਗੋਡੇ ਬਦਲਾਏ, ਤੇ ਹੁਣ ਪੂਰੀ ਤਰ੍ਹਾਂ ਦੇ ਨਾਲ ਸੰਤੁਸ਼ਟ ਵੀ ਦਿਖਾਈ ਦੇ ਰਹੇ ਨੇ ਤੇ ਖੁਸ਼ ਵੀ ਦਿਖਾਈ ਦੇ ਰਹੇ ਨੇ। ਤਾਂ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੇ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ। ਤਾਂ ਇਸ ਤੋਂ ਇਹ ਵੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ, ਜਦੋਂ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਲਗਾ ਲਈਏ, ਕੋਈ ਵੀ ਕਾਰੋਬਾਰੀ ਹੋਵੇ ਜਾਂ ਕੋਈ ਵੀ ਸ਼ਖਸ ਹੋਵੇ ਜਿਸਨੇ ਆਪਣੀ ਕੋਈ ਸਰਵਿਸ ਦੇਣੀ ਹੈ, ਤਾਂ ਆਪਣੀ ਸਰਵਿਸ ਨੂੰ ਕਦੇ ਵੀ ਕੋਈ ਮਾੜਾ ਨਹੀਂ ਕਹਿੰਦਾ। ਪਰ ਜੇਕਰ ਉਸਦੀ ਅਸਲੀਅਤ ਜਾਣਨੀ ਹੋਵੇ ਤਾਂ ਉਹਨਾਂ ਲੋਕਾਂ ਦੇ ਨਾਲ ਮੁਲਾਕਾਤ ਕਰੋ ਜੋ ਉਹਨਾਂ ਦੀ ਸਰਵਿਸ ਲੈ ਚੁੱਕੇ ਨੇ। ਤਾਂ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੀ ਸਰਵਿਸ ਇੱਥੇ ਮਿਲ ਰਹੀ ਹੈ, ਤੇ ਸਾਰੇ ਮਰੀਜ਼ ਜਿਹੜੇ ਨੇ ਉਹ ਸੰਤੁਸ਼ਟ ਵੀ ਦਿਖਾਈ ਦੇ ਰਹੇ ਨੇ। ਤਾਂ ਹੁਣ ਰੋਬੋਟ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਕਿਹੜਾ ਰੋਬੋਟ ਹੈ, ਕਿਹੜੀ ਮਸ਼ੀਨ ਹੈ ਜਿਸ ਦੇ ਨਾਲ ਗੋਡਾ ਬਦਲਿਆ ਜਾਂਦਾ ਹੈ। ਤਾਂ ਡਾਕਟਰ ਪਰਮਪ੍ਰੀਤ ਸਿੰਘ ਜੀ ਸਾਡੇ ਨਾਲ ਇਸ ਵੇਲੇ ਹਾਜ਼ਰ ਨੇ, ਉਹਨਾਂ ਤੋਂ ਜਾਣਾਂਗੇ ਹੁਣ ਰੋਬੋਟ ਬਾਰੇ ਵਿੱਚ ਵੀ। ਡਾਕਟਰ ਸਾਹਿਬ, ਹੁਣ ਰੋਬੋਟ ਦੇ ਬਾਰੇ ਵਿੱਚ ਜਾਣਨਾ ਚਾਹਾਂਗੇ, ਕਿਹੜਾ ਰੋਬੋਟ ਹੈ, ਕਿੰਨੇ ਪਾਰਟਸ ਇਸ ਦੇ ਹੁੰਦੇ ਨੇ? ਦੇਖੋ, ਇਹ ਸਾਰੀ ਰੋਬੋਟਿਕ ਮਸ਼ੀਨ, ਇਹਦੇ 3 ਪਾਰਟਸ ਨੇ ਜੀ।
ਇਹ ਹੈਗਾ ਜਿਹੜਾ ਮੇਨ ਇਹਦਾ ਰੋਬੋਟਿਕ ਸਿਸਟਮ ਹੈਗਾ। ਜਿਹੜੀ ਰੋਬੋਟਿਕ ਆਰਮ ਹੈਗੀ ਹੈ, ਇਹਦੀ ਆਰਮ ਦੇ ਵਿੱਚ ਖਾਸੀਅਤ ਕੀ ਹੈ, 6 ਡਿਫਰੈਂਟ ਡਾਇਰੈਕਸ਼ਨਸ 'ਚ ਇਹਦੀ ਮੂਵਮੈਂਟ ਹੋ ਸਕਦੀ ਹੈ। ਇਹਦੇ ਉੱਪਰ ਇਹਦਾ ਜਿਹੜਾ ਕਟਿੰਗ ਟੂਲ ਹੈ ਇੱਥੇ ਲੱਗ ਜਾਂਦਾ ਹੈਗਾ। ਐਂਡ ਇਹਦੀ ਖਾਸੀਅਤ ਇਹ ਹੈ ਕਿ ਇਹਦੀ ਇੰਨੀ ਇੰਟੈਲੀਜੈਂਟ ਮੂਵਮੈਂਟ ਹੈ ਕਿ ਜਿਵੇਂ ਨੀ ਦੇ ਵਿੱਚ ਇਹਨੇ ਅਪਰੋਚ ਕਰਨਾ ਹੈ, ਕਿਹੜੇ ਪਾਸੇ ਜਾਣਾ ਹੈ, ਸਾਰਾ ਆਸ-ਪਾਸ ਸੌਫਟ ਟਿਸ਼ੂਜ਼ ਨੂੰ ਕਿਵੇਂ ਪ੍ਰੀਜ਼ਰਵ ਕਰਕੇ ਅਪਰੋਚ ਕਰਨਾ ਹੈ, ਉਹ ਇਹਦੇ ਵਿੱਚ ਇਨਬਿਲਟ ਹੈ ਇਹਦੇ ਸੌਫਟਵੇਅਰ ਦੇ ਵਿੱਚ। ਇਹਦੇ ਨਾਲ ਬਾਕੀ ਜਿਹੜੇ ਪਾਰਟਸ ਨੇ ਆਪਣੇ ਰੋਬੋਟ ਦੇ, ਉਹ ਇੱਕ ਆ ਜਾਂਦਾ ਹੈ ਆਪਣਾ ਇਹ ਵਾਲਾ ਜਿਹੜੀ ਸਕਰੀਨ ਹੈ ਤੇ ਉੱਪਰ ਦਿਸ ਇਜ਼ ਦਾ ਆਪਟੀਕਲ ਟਰੈਕਿੰਗ ਸਿਸਟਮ, ਜਿਹਦੇ ਨਾਲ ਕਿ ਰੋਬੋਟ ਸੈਂਸਰਸ ਦੇ ਥਰੂ ਕੋਆਰਡੀਨੇਟ ਕਰਕੇ ਸਾਰਾ ਕੁਝ ਸੈਂਸ ਕਰਦਾ, ਜਿਹਦੇ ਨਾਲ ਕਿ ਆਪਾਂ ਜਦੋਂ ਵੀ ਗੋਡਾ ਮੂਵ ਕਰਦੇ ਹਾਂ ਤਾਂ ਇਹ ਸੈਂਸਰਸ ਦੇ ਥਰੂ ਸਾਨੂੰ ਇਹ ਸਕਰੀਨ ਤੇ ਉਹ ਸਾਰਾ ਦਿਖਦਾ ਰਹਿੰਦਾ ਕਿ ਕਿੰਨਾ ਮਿਲੀਮੀਟਰ ਗੈਪਸ ਹੈਗੇ ਨੇ, ਤੇ ਅਸੀਂ ਫਾਈਨਲ ਐਡਜਸਟਮੈਂਟਸ ਕਰਦੇ ਹਾਂ। ਤੇ ਇਹ ਵਾਲਾ ਕੰਪਿਊਟਰ ਹੈਗਾ ਜਿਹਦੇ ਨਾਲ ਆਪਾਂ ਸਾਰੀ ਪ੍ਰੀ ਪਲੈਨਿੰਗ ਕਰਦੇ ਹਾਂ ਕਿ ਗੋਡੇ ਦੀ ਕਿਵੇਂ ਅਲਾਈਨਮੈਂਟ ਆਏਗੀ, ਕਿਵੇਂ ਆਉਂਦਾ, ਤਾਂ ਸਾਰਾ ਕੁਝ ਆਪਾਂ ਨੂੰ ਆਪਰੇਸ਼ਨ ਤੋਂ ਪਹਿਲੇ ਇੱਕ ਪਤਾ ਲੱਗ ਜਾਂਦਾ ਕਿ ਕੀ ਸਾਈਜ਼ ਆਪਣਾ ਗੋਡੇ ਦਾ ਪੈਣਾ ਹੈ। ਫਾਈਨਲ ਪਲੈਨਿੰਗ ਹੋਣ ਤੋਂ ਬਾਅਦ ਐਗਜ਼ੀਕਿਊਸ਼ਨ ਪਾਰਟ ਇਸ ਰੋਬੋਟਿਕ ਆਰਮ ਨੇ ਕਰਨਾ ਹੈਗਾ, ਜਿਹਦੇ ਵਿੱਚ ਕਿ ਸਾਨੂੰ ਇਹਨੂੰ ਹੱਥ ਪਕੜ ਕੇ ਕਰਾਉਣ ਦੀ ਲੋੜ ਨਹੀਂ ਹੈਗੀ। ਇਟ ਇਜ਼ ਇੰਟੈਲੀਜੈਂਟ ਐਂਡ ਇਹਦੇ ਵਿੱਚ ਸੈਂਸਰਸ ਹੈਗੇ ਨੇ ਤੇ ਡਿਪੈਂਡੇਬਲ ਵੀ ਹੈਗਾ ਕਿ ਇਹਦੇ ਵਿੱਚ ਜੇ ਕੋਈ ਲੱਗਦਾ ਹੈ ਕਿ ਐਰਰ ਆ ਰਿਹਾ ਤਾਂ ਇੱਕਦਮ ਆਪਾਂ ਸਟਾਪ ਵੀ ਕਰ ਸਕਦੇ ਹਾਂ। ਤਾਂ ਕੰਟਰੋਲ ਕਹਿ ਲਓ ਲਗਾਮ ਕੋਡੇ ਦੀ ਸਾਡੇ ਹੱਥ 'ਚ ਹੈਗੀ ਹੈ, ਬਟ ਜਿਹੜੀ ਇਹਨੇ ਐਕੂਰੇਸੀ ਦੇਣੀ ਹੈ ਦੈਟ ਵਿਲ ਬੀ ਅਪ ਟੂ ਅ ਸਬ ਮਿਲੀਮੀਟਰ ਲੈਵਲ। ਤਾਂ ਇਹ 3 ਪਾਰਟਸ ਇਸ ਮਸ਼ੀਨ ਦਾ ਕੰਪਰਾਈਜ਼ ਕਰਦੇ ਹੈਗੇ। ਬਿਲਕੁਲ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿੰਨੇ ਸਾਲ ਦੀ ਉਮਰ ਤੱਕ ਗੋਡੇ ਬਦਲਣੇ ਚਾਹੀਦੇ ਨੇ ਤੇ ਕਦੋਂ ਗੋਡੇ ਆਪਣੇ ਜਿਹੜੇ ਬਦਲਾਣੇ ਚਾਹੀਦੇ ਨੇ, ਕਿਸ ਤਰ੍ਹਾਂ ਦੇ ਸਿੰਪਟਮਸ ਜਿਹੜੇ ਨੇ ਪੇਸ਼ੈਂਟਸ ਦੇ ਵਿੱਚ ਆਉਣ ਲੱਗ ਜਾਂਦੇ ਨੇ, ਇਸ ਦੇ ਬਾਰੇ ਵਿੱਚ ਵੀ ਚਾਹਾਂਗੇ ਕਿ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ ਮੋਸਟਲੀ ਗੋਡੇ ਜਦੋਂ ਜ਼ਿਆਦਾ ਖਰਾਬ ਹੋ ਜਾਂਦੇ ਨੇ ਉਹਦੇ 2 ਜਾਂ 3 ਸਿੰਪਟਮਸ ਆਉਂਦੇ ਨੇ। ਇੱਕ ਤਾਂ ਲਗਾਤਾਰ ਦਰਦ ਰਹਿਣ ਲੱਗ ਜਾਂਦਾ ਹੈਗਾ, ਜਦੋਂ ਦਵਾਈ ਲੈਣ ਦੇ ਨਾਲ ਐਕਸਰਸਾਈਜ਼ ਵਗੈਰਾ ਸਾਰਾ ਕੁਝ ਜਿਹੜਾ ਆਪਾਂ ਚੀਜ਼ਾਂ ਹਟਾ ਕੇ ਦਰਦ ਨਹੀਂ ਟਿਕਦਾ, ਰੈਗੂਲਰ ਦਵਾਈ ਲੈਣੀ ਪੈ ਰਹੀ ਹੈ ਦਰਦ ਦੀ, ਤਾਂ ਆਪਾਂ ਨੂੰ ਸੋਚਣਾ ਚਾਹੀਦਾ ਕਿ ਆਪਾਂ ਨੀ ਰਿਪਲੇਸਮੈਂਟ ਕਰਾਈਏ। ਗੋਡੇ 'ਚ ਜੇ ਵਿੰਗ ਪੈਣ ਲੱਗ ਜੇ, ਲੱਤਾਂ ਬਾਹਰ ਨੂੰ ਖੁੱਲਣ ਲੱਗ ਜਾਣ, ਗੋਡਾ ਪਿੱਛੇ ਨੂੰ ਮੁੜਨ ਲੱਗ ਜੇ, ਮੂਵਮੈਂਟ ਘੱਟ ਜੇ ਆਪਣਾ, ਜਿਵੇਂ ਚੌਂਕੜੀ ਨਾ ਵੱਜੇ ਜਾਂ ਆਪਣਾ ਗੋਡਾ 90 ਡਿਗਰੀ ਤੋਂ ਵੱਧ ਨਾ ਮੁੜੇ, ਤਾਂ ਮਤਲਬ ਉਹਦੇ ਵਿੱਚ ਅੰਦਰ ਆਰਥਰਾਈਟਿਸ ਐਡਵਾਂਸ ਸਟੇਜ ਤੇ ਪਹੁੰਚ ਗਿਆ, ਕਿਉਂਕਿ ਹੁਣ ਮੂਵਮੈਂਟ ਘੱਟ ਆ ਰਹੀ ਹੈ ਪਲੱਸ ਅੰਦਰੋਂ ਦੀ ਉਹ ਮੋੜ ਆਉਣ ਲੱਗ ਗਿਆ ਹੈਗਾ, ਜਿਹੜਾ ਜੁਆਇੰਟ ਸਿੱਧਾ ਨਹੀਂ ਹੋ ਰਿਹਾ। ਇਹਦੇ ਨਾਲ ਡਿਫੋਰਮਿਟੀ ਆਉਣ ਤੋਂ ਬਾਅਦ ਜਿਵੇਂ ਤੁਰਨ 'ਚ ਲੰਗਾ ਆਉਣ ਲੱਗ ਜੇ ਤਾਂ ਵੀ ਇੱਕ ਹੈਗਾ, ਤੇ ਇੱਕ ਜੇ ਗੋਡਾ ਅੜਨ ਲੱਗ ਜੇ। ਗੋਡੇ ਅੜਨ ਦੇ 2-3 ਕਾਰਨ ਨੇ। ਇੱਕ ਤਾਂ ਜਿਵੇਂ ਆਸਟੀਓਫਾਈਟਸ ਬਣ ਜਾਂਦੇ ਨੇ, ਲੂਜ਼ ਬੋਡੀਜ਼ ਬਣ ਜਾਂਦੀਆਂ, ਤਾਂ ਗੋਡੇ ਵਿੱਚੋਂ ਦਾਣਾ ਬਣ ਕੇ ਕਈ ਵਾਰ ਗੋਡਾ ਅੜਨ ਲੱਗ ਜਾਂਦਾ। ਤੇ ਇਹ 3-4 ਚੀਜ਼ਾਂ ਨੇ ਜੇ ਆਪਾਂ ਨੂੰ ਰੈਗੂਲਰਲੀ ਫੇਸ ਕਰਨੀਆਂ ਪੈ ਰਹੀਆਂ ਨੇ, ਪ੍ਰੋਪਰ ਨਹੀਂ ਤੁਰਿਆ ਜਾ ਰਿਹਾ, ਜ਼ਿਆਦਾ ਦੇਰ ਆਰਾਮ ਨਾਲ ਖੜਿਆ ਨਹੀਂ ਜਾਂਦਾ, ਤੁਰਨ 'ਚ ਦਿੱਕਤ ਆ ਰਹੀ ਹੈ, ਤਾਂ ਆਪਾਂ ਨੂੰ ਨੀ ਰਿਪਲੇਸਮੈਂਟ ਬਾਰੇ ਸੋਚਣਾ ਚਾਹੀਦਾ ਹੈ। ਤੇ ਮਰੀਜ਼ ਦੇ ਵਿੱਚ ਆਪਾਂ ਕਹਿੰਦੇ ਕਿ ਬਹੁਤ ਜ਼ਿਆਦਾ ਏਜ ਲਿਮਿਟ ਨਹੀਂ ਹੈ। ਹੁਣ ਅਸੀਂ ਕਹਿ ਲਓ ਕਈ ਵਾਰ ਜਿਵੇਂ ਗਠੀਏ ਦਾ ਮਰੀਜ਼ ਹੈ ਜਾਂ ਹੋਰ ਮਰੀਜ਼ ਨੇ ਜਿਨ੍ਹਾਂ ਦੇ ਵਿੱਚ ਉਮਰ ਘੱਟ ਵੀ ਹੈ, ਉਹਨਾਂ ਦੇ ਵਿੱਚ ਵੀ ਇਹੀ ਪਰਮਾਨੈਂਟ ਸੋਲੂਸ਼ਨ ਹੁੰਦਾ ਹੈ। ਤੇ ਕਈ ਵਾਰੀ ਬਜ਼ੁਰਗ 80-85 ਸਾਲ ਦੇ ਵੀ ਆ ਜਾਂਦੇ ਨੇ, ਤਾਂ ਆਪਾਂ ਦੇਖਦੇ ਹਾਂ ਇੱਕ ਤਾਂ ਤਕਲੀਫ ਦੀ ਉਮਰ ਕਿੰਨੀ ਹੈ ਪੇਸ਼ੈਂਟ ਦੀ, ਤਕਲੀਫ ਕਿੰਨੀ ਹੋ ਰਹੀ ਹੈ, ਕਿੰਨੀ ਦੇਰ ਤੋਂ ਹੋ ਰਹੀ ਹੈ। ਤੇ ਜੇ ਉਹਨੂੰ ਕਾਫੀ ਦੇਰ ਤੋਂ ਤਕਲੀਫ ਹੈ ਤੇ ਉਸ ਤੋਂ ਨੋਰਮਲ ਆਪਣੇ ਰੋਜ਼ਮर्रा ਦੀ ਜ਼ਿੰਦਗੀ ਨਹੀਂ ਕੀਤੀ ਜਾ ਰਹੀ, ਤਾਂ ਉਹਨੂੰ ਅਸੀਂ ਆਫਰ ਕਰ ਦਿੰਦੇ ਹਾਂ ਕਿ ਰਾਦਰ ਦੈਨ ਆਪਾਂ ਕਹੀਏ ਕਿ ਹਾਂਜੀ 60 ਸਾਲ ਦੀ ਉਮਰ ਤੱਕ ਤੁਸੀਂ ਵੇਟ ਕਰੋ। ਤਾਂ ਬਜ਼ੁਰਗਾਂ ਦੀ ਜੇ ਆਪਾਂ ਗੱਲ ਕਰਦੇ ਹਾਂ, ਜੇ ਉਹਨਾਂ ਦੇ ਹਾਰਟ ਫੰਕਸ਼ਨਸ ਠੀਕ ਨੇ ਤਾਂ ਇੱਕ ਉਹਨੂੰ ਆਪਾਂ ਨੋਰਮਲ ਪੇਸ਼ੈਂਟ ਦੀ ਤਰ੍ਹਾਂ ਟਰੀਟ ਕਰਕੇ ਉਹਨੂੰ ਸਿਮਿਲਰ ਰਿਸਕ ਦੇ ਨਾਲ ਹੀ ਆਪਾਂ ਆਪਰੇਟ ਕਰ ਸਕਦੇ ਹਾਂ। ਤਾਂ ਏਜ ਲਿਮਿਟ ਕੋਈ ਨਹੀਂ ਹੈਗੀ। 30-35 ਸਾਲ ਤੋਂ ਵੀ ਮਰੀਜ਼ਾਂ ਦੇ ਸਾਨੂੰ ਕਰਨੇ ਪੈਂਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਖਰਾਬੀ ਆ ਜਾਂਦੀ ਹੈ ਘੱਟ ਉਮਰ ਤੇ 80-85 ਤੱਕ ਵੀ ਅਸੀਂ ਪੇਸ਼ੈਂਟਸ ਦੇ ਕਰਦੇ ਹਾਂ ਜੇ ਉਹ ਫਿਜ਼ੀਕਲੀ ਫਿਟ ਹੋਣ ਤੇ ਆਪਣਾ ਨਾਰਮਲ ਲਾਈਫ ਰੂਟੀਨ ਵਰਤਣਾ ਚਾਹੁੰਦੇ ਹੋਣ। ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਅਜਿਹੇ ਨੇ, ਬਹੁਤ ਸਾਰੇ ਪੇਸ਼ੈਂਟ ਅਜਿਹੇ ਨੇ ਜਿਹੜੇ ਆਪਣਾ ਗੋਡਾ ਬਦਲਾਉਣਾ ਚਾਹੁੰਦੇ ਨੇ, ਪਰ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਹੈ ਕਿ ਦਰਦ ਕਿੰਨਾ ਕੁ ਹੋਵੇਗਾ, ਪੀੜ ਕਿੰਨੀ ਕੁ ਹੋਵੇਗੀ। ਇਹ ਸਭ ਤੋਂ ਵੱਡਾ ਡਰ ਹੁੰਦਾ ਹੈ ਇਨਸਾਨ ਦੇ ਮਨ ਦੇ ਵਿੱਚ ਜਦੋਂ ਕੋਈ ਵੀ ਆਪਰੇਸ਼ਨ ਕਰਾਉਣਾ ਹੋਵੇ। ਤਾਂ ਗੋਡਾ ਬਦਲਣ ਵੇਲੇ ਇਸ ਰੋਬੋਟਿਕ ਤਰੀਕੇ ਦੇ ਨਾਲ ਜਦੋਂ ਗੋਡਾ ਬਦਲਿਆ ਜਾਂਦਾ ਤਾਂ ਦਰਦ ਦੀ ਕਿੰਨੀ ਕੁ ਸੰਭਾਵਨਾ ਹੈ? ਜੀ ਦੇਖੋ, ਪਿਛਲੇ 10 ਸਾਲਾਂ ਦੇ ਵਿੱਚ ਸਾਇੰਸ ਕਾਫੀ ਇਵੋਲਵ ਕਰ ਗਈ ਹੈ। ਜੁਆਇੰਟਸ ਦੀ ਅੰਡਰਸਟੈਂਡਿੰਗ, ਜੁਆਇੰਟਸ ਦਾ ਜਿਹੜਾ ਸਟਰਕਚਰ ਹੈ ਉਹ ਬਹੁਤ ਇੰਪਰੂਵ ਕਰ ਗਿਆ ਹੈਗਾ, ਪਲੱਸ ਜਿਹੜੀ ਪੇਨ ਮੈਨੇਜਮੈਂਟ ਦੇ ਤਰੀਕੇ ਨੇ ਉਹ ਵੀ ਅੱਗੇ ਨਾਲੋਂ ਬਹੁਤ ਸੁਧਾਰ ਕਰ ਗਏ ਨੇ। ਤਾਂ ਹੁਣ ਪੇਸ਼ੈਂਟ ਨੂੰ ਡਰ ਤੋਂ ਡਰਨ ਦੀ ਲੋੜ ਨਹੀਂ ਹੈਗੀ। ਤਾਂ 2 ਹੀ ਮੇਜਰ ਡਰਾਂ ਦੇ ਨਾਲ ਲੋਕ ਸਾਨੂੰ ਆ ਕੇ ਫੇਸ ਕਰਦੇ ਨੇ। ਇੱਕ ਤਾਂ ਜੀ ਕਿ ਆਪਰੇਸ਼ਨ ਤੋਂ ਬਾਅਦ ਦਰਦ ਬਹੁਤ ਹੋਊਗਾ, ਤੇ ਦੂਸਰਾ ਕਿਤੇ ਅਸੀਂ ਮੰਜੇ ਤੇ ਤਾਂ ਨਹੀਂ ਬਹਿ ਜਾਾਂਗੇ। ਤਾਂ ਦੋਨੋਂ ਹੀ ਡਰ ਆਪਣੇ ਹੁਣ ਲਗਭਗ ਖਤਮ ਨੇ। ਦਰਦ ਦੀ ਜੇ ਆਪਾਂ ਗੱਲ ਕਰੀਏ, ਐਪੀਡਿਊਰਲ ਇੰਜੈਕਸ਼ਨਸ ਲੱਗ ਜਾਂਦੇ ਹੈਗੇ ਨੇ ਗੋਡੇ ਦੇ ਅੰਦਰ। ਅਸੀਂ 4-5 ਇੰਜੈਕਸ਼ਨਾਂ ਦਾ ਕੋਕਟੇਲ ਲਗਾ ਕੇ ਲਗਾਉਂਦੇ ਹਾਂ। ਤਾਂ ਇਹਨਾਂ ਚੀਜ਼ਾਂ ਦੇ ਨਾਲ ਪੇਸ਼ੈਂਟ ਹੁਣ ਫਸਟ ਨਾਈਟ ਵੀ ਕੰਫਰਟੇਬਲੀ ਸੌਂ ਪਾਉਂਦੇ ਨੇ। ਨੈਕਸਟ ਡੇ ਤੋਂ ਚੱਲਣਾ ਫਿਰਨਾ ਤਾਂ ਹੀ ਸ਼ੁਰੂ ਕਰ ਪਾਉਂਦੇ ਨੇ ਕਿਉਂਕਿ ਉਹਨਾਂ ਦਾ ਪੇਨ ਕੰਟਰੋਲ ਬਹੁਤ ਅੱਛਾ ਹੁੰਦਾ। ਗੋਡਾ ਮੋੜਨਾ ਸ਼ੁਰੂ ਕਰਦੇ ਨੇ ਤੇ ਕਹਿ ਲਓ 3rd ਡੇ ਤੱਕ ਉਹ ਵਾਸ਼ਰੂਮ ਆਉਣਾ ਜਾਣਾ ਸਭ ਕੁਝ ਆਪਣੇ ਆਪ ਕਰਨ ਲੱਗ ਜਾਂਦੇ ਇੰਡੀਪੈਂਡੈਂਟਲੀ। ਤਾਂ ਹੀ ਉਹਨਾਂ ਨੂੰ ਤੀਜੇ ਤੋਂ ਚੌਥੇ ਦਿਨਾਂ ਤੱਕ ਆਪਾਂ ਡਿਸਚਾਰਜ ਕਰ ਸਕਦੇ ਹਾਂ। ਪਹਿਲੇ 7 to 10 ਡੇਜ਼ ਆਪਾਂ ਕਹਿੰਦੇ ਹਾਂ ਕੁਝ ਵੋਕਰ ਜਾਂ ਸਟਿਕ ਸਪੋਰਟ ਨਾਲ ਚੱਲੀਏ,
ਤੇ ਵਿਦਿਨ 2 ਵੀਕਸ ਜਦੋਂ ਆਪਣੇ ਟਾਂਕੇ ਕਟਾਉਣ ਪੇਸ਼ੈਂਟ ਆਪਣੇ ਕੋਲ ਆਉਂਦਾ ਹੈ ਤਾਂ ਉਹ ਬਿਨਾਂ ਸਪੋਰਟ ਦੇ ਚੱਲ ਪਾਉਂਦਾ ਹੈ, ਜਿਹੜੀਆਂ ਇਹ ਐਡਵਾਂਸ ਟੈਕਨੀਕਸ ਨੇ। ਬਿਕੋਜ਼ ਇਹਦੇ ਵਿੱਚ ਮਸਲ ਟੀਅਰ ਘੱਟ ਹੋ ਰਿਹਾ ਹੈਗਾ, ਮਸਲ ਸੌਫਟ ਟਿਸ਼ੂ ਨੂੰ ਆਪਾਂ ਨੂੰ ਛੇੜਛਾੜ ਨਹੀਂ ਕਰਨੀ ਪੈ ਰਹੀ, ਬਿਕੋਜ਼ ਸਾਰੀ ਹੈਂਡਲਿੰਗ ਬੜੀ ਅੱਛੀ ਹੋ ਰਹੀ ਹੈ, ਮਸਲਸ ਨੂੰ ਆਪਾਂ ਨਹੀਂ ਟੀਅਰ ਕਰ ਰਹੇ, ਤਾਂ ਪੇਨ ਵੀ ਘੱਟ ਹੋ ਰਿਹਾ ਹੈਗਾ, ਰਿਕਵਰੀ ਵੀ ਫਾਸਟ ਹੋ ਰਹੀ ਹੈ ਤੇ ਪੇਸ਼ੈਂਟ ਬਹੁਤ ਜਲਦੀ ਆਪਣੇ ਕੰਮਾਂ ਦੇ ਵਿੱਚ ਵਾਪਸ ਜਾ ਰਹੇ ਨੇ। ਤੇ ਕੰਮਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਭਾਰਾ ਕੰਮ ਵੀ ਲੋਕ ਕਰ ਰਹੇ ਨੇ, ਕੋਈ ਚੱਕੀ ਤੇ 20-25 ਕਿਲੋ ਦੇ ਬੋਰੀਆਂ ਵੀ ਚੱਕ ਰਹੇ ਨੇ, ਲੋਕ ਆਪਣੇ ਖੇਤੀ ਵਾਲੇ ਕੰਮ ਵੀ ਕਰ ਰਹੇ ਨੇ, ਟਰੈਕਟਰ ਚਲਾ ਰਹੇ ਨੇ, ਜਿਵੇਂ ਕਈ ਸਾਡੇ ਨੇ ਜਿਹੜੇ ਮਕੈਨਿਕਸ ਨੇ ਜਨਰੇਟਰਸ ਦੇ ਥੱਲੇ ਬੈਠ ਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ। ਤਾਂ ਚਲੋ ਮੋਸਟਲੀ ਇੱਕ ਪੈਰਾਂ ਭਾਰ ਨੂੰ ਬੈਠਣ ਨੂੰ ਛੱਡ ਕੇ ਸਾਰੀਆਂ ਐਕਟੀਵਿਟੀਜ਼ ਲੋਕ ਕਰ ਪਾ ਰਹੇ ਨੇ। ਕਿਸੇ ਨੇ ਦੁੱਧ ਕੱਢਣਾ ਹੈ, ਚੋਣਾ ਹੈਗਾ ਤਾਂ ਆਪਣਾ ਪੀੜੀ ਤੇ ਬੈਠ ਕੇ, ਤਾਂ ਪੇਸ਼ੈਂਟਸ ਆਪਣੀ ਸਾਰੀ ਆ ਕੇ ਸਾਡੇ ਨਾਲ ਸ਼ੇਅਰ ਕਰਦੇ ਕਿ ਹਾਂਜੀ ਅਸੀਂ ਸਾਰੇ ਕੰਮ ਆਪਣੇ ਕਰ ਪਾ ਰਹੇ ਹਾਂ। ਐਂਡ ਸਭ ਤੋਂ ਇੰਪੋਰਟੈਂਟ ਹੈ ਕਿ ਬਹੁਤ ਪੇਨ ਫਰੀ ਹੋ ਕੇ ਚੱਲ ਫਿਰ ਪਾ ਰਹੇ ਹਾਂ ਤੇ ਜਿੱਥੇ ਜਾਣਾ ਚਾਹੁੰਦੇ ਹਾਂ ਉੱਥੇ ਜਾ ਪਾ ਰਹੇ ਹਾਂ। ਨਹੀਂ ਤਾਂ ਲੋਕ ਕਹਿੰਦੇ ਸੀ ਜੀ ਅਸੀਂ ਵਿਆਹਾਂ ਤੇ ਨਹੀਂ ਜਾਂਦੇ, ਭੋਗ ਤੇ ਨਹੀਂ ਜਾਂਦੇ, ਬਿਕੋਜ਼ ਸਾਨੂੰ ਦਰਦ ਹੁੰਦਾ ਤਾਂ ਅਸੀਂ ਸੋਚਦੇ ਹਾਂ ਘਰ ਹੀ ਬੈਠੇ ਰਹੀਏ। ਜੀ ਬਿਲਕੁਲ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ ਕਿ ਕਿੰਨੀ ਉਮਰ ਜਿਹੜੀ ਹੁੰਦੀ ਹੈ ਉਦੋਂ ਇਹ ਸਿੰਪਟਮਸ ਜਿਹੜੇ ਤੁਸੀਂ ਦੱਸੇ ਨੇ ਉਦੋਂ ਆਉਣਾ ਸ਼ੁਰੂ ਹੋ ਜਾਂਦੇ ਨੇ, ਕਿ ਜਿਹੜਾ ਯੂਥ ਹੈ ਉਹਨਾਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੇ ਕੋਈ ਸਿੰਪਟਮਸ ਪਾਏ ਗਏ ਅੱਜ ਦੀ ਡੇਟ? ਟਾਈਮ ਜਿਵੇਂ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਨਾ ਜੀ, ਤਾਂ ਘੱਟ ਉਮਰ ਦੇ ਮਰੀਜ਼ਾਂ ਦੇ ਵਿੱਚ ਵੀ ਸਾਨੂੰ ਇਹ ਦਿੱਕਤਾਂ ਦਿਖਣ ਲੱਗ ਗਈਆਂ ਨੇ। ਕਈ ਗਠੀਏ ਦੇ ਮਰੀਜ਼ ਨੇ, ਕਈ ਐਂਕਲੋਜ਼ਿੰਗ ਸਪੌਂਡਿਲਾਈਟਿਸ ਦੇ ਮਰੀਜ਼ ਨੇ, ਜਾਂ ਕਿਸੇ ਨੂੰ ਕੋਈ ਛੋਟੇ ਹੁੰਦੇ ਇਨਫੈਕਸ਼ਨ ਜਾਂ ਸੱਟ ਲੱਗ ਜਾਂਦੀ ਹੈ। ਇਹੋ ਜਿਹੇ ਟਾਈਮ ਦੇ ਵਿੱਚ ਇਹੋ ਜਿਹੇ ਯੰਗਸਟਰਸ ਦੇ ਵਿੱਚ ਗੋਡਾ ਜਲਦੀ ਖਰਾਬ ਹੋਣ ਦੇ ਚਾਂਸ ਹੁੰਦੇ ਨੇ। ਇਹਦੇ ਨਾਲ ਸਭ ਤੋਂ ਜਿਹੜਾ ਕਹਿ ਲਓ ਫੈਕਟਰ ਹੈਗਾ ਖਰਾਬ ਕਰ ਰਿਹਾ ਹੈਗਾ ਮੋਟਾਪਾ। ਪ੍ਰੋਪਰ ਡਾਈਟ ਨਹੀਂ ਲੈਂਦੇ ਆਪਾਂ, ਅੱਜ ਕੱਲ੍ਹ ਫਾਸਟ ਫੂਡ ਦਾ ਕਹਿ ਲਓ ਦੌਰ ਆਇਆ ਹੋਇਆ, ਤਾਂ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਅਵੋਇਡ ਕਰੀਏ, ਐਕਸਰਸਾਈਜ਼ ਪ੍ਰੋਪਰ ਕਰੀਏ, ਇੱਕ ਹੈਲਦੀ ਲਾਈਫ ਸਟਾਈਲ ਕਰੀਏ, ਤਾਂ ਯੰਗਸਟਰਸ ਵੀ ਇਸ ਦਿੱਕਤ ਤੋਂ ਬਚ ਸਕਦੇ ਹੈਗੇ ਨੇ। ਤੇ ਇੱਕ ਅਰਲੀ ਟਾਈਮ 'ਤੇ ਜੇ ਆਪਾਂ ਕੰਸਲਟ ਕਰ ਲਈਏ, ਕਈ ਵਾਰ ਆਪਾਂ ਆਪ ਹੀ ਗੂਗਲ ਤੋਂ ਦੇਖ ਕੇ ਡਾਕਟਰ ਬਣ ਜਾਂਦੇ ਹਾਂ, ਤਾਂ ਉਹਨੂੰ ਰਾਦਰ ਅਵੋਇਡ ਕਰੀਏ ਤੇ ਕਹਿ ਲਓ ਨਾ ਇੱਕ ਪ੍ਰੋਪਰ ਕੰਸਲਟੇਸ਼ਨ ਇੱਕ ਆਰਥੋ ਸਪੈਸ਼ਲਿਸਟ ਤੋਂ ਲਈਏ, ਤਾਂ ਕਿ ਜੇ ਅਰਲੀ ਸਟੇਜ 'ਤੇ ਆਪਾਂ ਡਿਜ਼ੀਜ਼ ਨੂੰ ਫੜ ਲੈਂਦੇ ਹਾਂ ਤਾਂ ਉਹਨੂੰ ਪ੍ਰੋਗਰੈਸ ਹੋਣ ਤੋਂ ਆਪਾਂ ਬਚਾ ਸਕਦੇ ਹਾਂ। ਡਾਕਟਰ ਸਾਹਿਬ, ਇੱਕ ਸਵਾਲ ਹੋਰ ਹੈ, ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਆਪਣਾ ਆਪਰੇਸ਼ਨ ਕਰਵਾ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਫਿਰ ਵੀ ਉਸ ਦੇ ਬਾਵਜੂਦ ਦਿੱਕਤ ਆ ਰਹੀ ਹੈ, ਗੋਡੇ ਦੀ ਸਮੱਸਿਆ ਉਹਨਾਂ ਨੂੰ ਫਿਰ ਵੀ ਆ ਰਹੀ ਹੈ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਦੁਬਾਰਾ ਆਪਰੇਟ ਕਰਨਾ ਚਾਹੀਦਾ ਹੈ? ਜਿਹੜੇ ਲੋਕਾਂ ਦੇ ਕਹਿ ਲਓ ਹੁਣ ਕਾਫੀ ਪਿਛਲੇ 30 ਸਾਲ ਤੋਂ ਜਿਵੇਂ ਨੀ ਰਿਪਲੇਸਮੈਂਟ ਚੱਲ ਰਹੀ ਹੈਗੀ ਹੈ, ਤਾਂ ਕਈਆਂ ਦੇ ਐਂ ਨੇ ਕਿ ਜਿਵੇਂ 15 ਤੋਂ 20 ਸਾਲ ਹੋ ਗਏ ਨੇ ਤੇ ਉਹਨਾਂ ਨੂੰ ਹੁਣ ਦਿੱਕਤ ਦੁਬਾਰਾ ਆਉਣੀ ਸ਼ੁਰੂ ਹੋ ਰਹੀ ਹੈ, ਤਾਂ ਉਹਨਾਂ ਲਈ ਵੀ ਅਸੀਂ ਇਹ ਹੈ ਕਿ ਆਪਸ਼ਨ ਹੁੰਦੀ ਹੈ ਕਿ ਆਪਾਂ ਦੁਬਾਰਾ ਜਿਹੜਾ ਗੋਡਾ ਆਲਰੇਡੀ ਘਸ ਚੁੱਕਿਆ, ਆਪਣਾ ਟਾਈਮ ਪੂਰਾ ਕਰ ਚੁੱਕਿਆ, ਉਹਨੂੰ ਕੱਢ ਕੇ ਆਪਾਂ ਦੁਬਾਰਾ ਵੀ ਪਾ ਸਕਦੇ ਹੈਗੇ। ਰਿਵੀਜ਼ਨ ਸਰਜਰੀ ਹੋ ਜਾਂਦੀ ਹੈ, ਥੋੜ੍ਹਾ ਜਿਹਾ ਹਾਇਰ ਇੰਪਲਾਂਟ ਯੂਜ਼ ਹੁੰਦਾ ਹੈ, ਜਿੱਥੇ ਜਿੱਥੇ ਬੋਨ ਲਾਸ ਹੋ ਚੁੱਕਿਆ ਉੱਥੇ ਆਪਾਂ ਮੈਟਲ ਨਾਲ ਉਹਨੂੰ ਰਿਪਲੇਸ ਕਰ ਦਿੰਦੇ ਹਾਂ, ਬਟ ਇਟ ਇਜ਼ ਐਨ ਆਪਸ਼ਨ ਕਿ ਉਹਨੂੰ ਆਪਾਂ ਦੁਬਾਰਾ ਵੀ ਰਿਪਲੇਸ ਕਰ ਸਕੀਏ। ਕਈ ਵਾਰ ਕਈ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਹਜੇ 5 ਤੋਂ 10 ਸਾਲ ਹੀ ਹੋਏ ਨੇ, ਉਹਨਾਂ ਦੇ ਵਿੱਚ ਵੀ ਦਿੱਕਤ ਆ ਰਹੀ ਹੈ, ਬਟ ਉਹਦੇ ਵਿੱਚ ਆਪਾਂ ਨੂੰ ਪੇਸ਼ੈਂਟ ਨੂੰ ਇਵੈਲੂਏਟ ਕਰਨਾ ਪੈਂਦਾ, ਦੇਖਣਾ ਪੈਂਦਾ ਕਿ ਉਹਨੂੰ ਕੀ ਦਿੱਕਤ ਆ ਰਹੀ ਹੈ। ਕਈ ਵਾਰ CT ਸਕੈਨ ਜਾਂ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਕੇ ਦੇਖਣਾ ਪੈਂਦਾ ਤੇ ਉਹਦਾ ਕਾਰਨ ਲੱਭਣਾ ਪੈਂਦਾ ਕਿ ਦਰਦ ਦਾ ਕੀ ਕਾਰਨ ਹੋ ਸਕਦਾ ਹੈ। ਉਹਦੇ ਵਿੱਚ ਕੀ ਹੈ ਕਿ ਕਈ ਵਾਰੀ ਇੱਕ ਮਿਡ ਫਲੈਕਸ਼ਨ ਇੱਕ ਇਨਸਟੇਬਿਲਿਟੀ ਵੀ ਆਉਂਦੀ ਹੈ ਕਿ ਜਿਹੜਾ ਆਪਣਾ ਜਦੋਂ ਗੋਡਾ ਅੱਧਾ ਮੁੜਿਆ ਹੁੰਦਾ ਉਦੋਂ ਸ਼ਾਇਦ ਗੋਡਾ ਵਿੱਚ ਉਹਦੀ ਢਿੱਲ ਹੁੰਦਾ, ਜਿਹੜਾ ਮੇਜਰ ਕਾਰਨ ਹੈਗਾ ਕਿ ਬੈਠਦੇ ਉੱਠਦੇ ਜਿਹੜਾ ਦਰਦ ਹੁੰਦਾ ਪਰ ਤੁਰਦੇ ਹੋਏ ਨਹੀਂ ਹੁੰਦਾ। ਤਾਂ ਕੁਛ ਨਾ ਕੁਛ ਫਿਜ਼ੀਓਥੈਰੇਪੀ ਨਾਲ ਇੰਪਰੂਵ ਕਰ ਸਕਦਾ ਹੈ, ਬਟ ਜੇ ਸਾਰਾ ਕੁਛ ਇਵੈਲੂਏਸ਼ਨ ਕਰਕੇ ਪੇਸ਼ੈਂਟ ਫਿਜ਼ੀਓ ਨਾਲ ਇੰਪਰੂਵ ਨਹੀਂ ਕਰ ਰਿਹਾ ਤਾਂ ਉਹਨਾਂ ਦੇ ਵਿੱਚ ਵੀ ਸਾਨੂੰ ਕਈ ਵਾਰੀ ਇੱਕ ਪ੍ਰੋਪਰ ਅਲਾਈਨਮੈਂਟ ਦੇ ਵਿੱਚ ਇੰਪਲਾਂਟਸ ਦੁਬਾਰਾ ਪਾਉਣੇ ਪੈ ਸਕਦੇ ਨੇ। ਬਟ ਉਹੀ ਹੈ, ਜੇ ਕਿਸੇ ਨੂੰ ਦਰਦ ਜ਼ਿਆਦਾ ਹੋ ਰਿਹਾ ਰੀਸਰਜਰੀ ਤੋਂ ਬਾਅਦ ਵੀ, ਤਾਂ ਇੱਕ ਪ੍ਰੋਪਰ ਓਪੀਨੀਅਨ ਦੁਬਾਰਾ ਲਓ ਤੇ ਹੋ ਸਕਦਾ ਕਿ ਆਪਾਂ ਰੀਸਰਜਰੀ ਦੇ ਨਾਲ ਹੀ ਉਹਨੂੰ ਆਪਾਂ ਬੈਟਰ ਦੁਬਾਰਾ ਉਹਨੂੰ ਰਿਜ਼ਲਟ ਦੇ ਦਈਏ, ਜਾਂ ਹੋ ਸਕਦਾ ਜੇ ਇਵੈਲੂਏਸ਼ਨ 'ਚ ਪਤਾ ਲੱਗੇ ਜ਼ਿਆਦਾ ਇਸ਼ੂ ਨਹੀਂ ਹੈਗਾ ਤਾਂ ਹੋ ਸਕਦਾ ਫਿਜ਼ੀਓਥੈਰੇਪੀ ਜਾਂ ਕੁਛ ਨਾ ਕੁਛ ਹੋਰ ਮੋਡੀਫਿਕੇਸ਼ਨਸ ਨਾਲ ਆਪਾਂ ਦੁਬਾਰਾ ਤੋਂ ਬੈਟਰ ਪੇਨ ਫਰੀ ਹੋ ਕੇ ਤੁਰ ਪਾਈਏ। ਡਾਕਟਰ ਸਾਹਿਬ, ਇੱਕ ਆਖਰੀ ਸਵਾਲ ਹੈ, ਜਿਹੜੇ ਪੇਸ਼ੈਂਟ ਜਿਨ੍ਹਾਂ ਨੂੰ ਇਹ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ, ਜਾਂ ਫਿਰ ਜਿਹੜੇ ਲੋਕ ਨੇ ਆਮ ਲੋਕ ਨੇ ਸਾਰੇ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਜਿਨ੍ਹਾਂ ਨੂੰ ਇਹ ਦਿੱਕਤਾਂ ਆ ਰਹੀਆਂ ਉਹਨਾਂ ਦੇ ਲਈ ਕੀ ਮੈਸੇਜ ਆ ਤੁਹਾਡੇ ਵੱਲੋਂ, ਜਾਂ ਜਿਨ੍ਹਾਂ ਨੂੰ ਇਹ ਸਮੱਸਿਆ ਹੋ ਚੁੱਕੀ ਹੈ, ਜਿਹੜੇ ਗੋਡੇ ਬਦਲਾਉਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਸੰਦੇਸ਼ ਹੈ ਤੁਹਾਡਾ? ਦੇਖੋ, ਸਿੰਪਲ ਜਿਹਾ ਸੰਦੇਸ਼ ਹੈ, ਮੋਸ਼ਨ ਇਜ਼ ਲਾਈਫ। ਜਦੋਂ ਤੱਕ ਆਪਾਂ ਤੁਰਦੇ ਫਿਰਦੇ ਰਹਿੰਦੇ ਹਾਂ ਤਾਂ ਆਪਾਂ ਸਾਰੇ ਰੋਗਾਂ ਤੋਂ ਬਚੇ ਰਹਿੰਦੇ ਹਾਂ। ਜਦੋਂ ਆਪਾਂ ਇੱਕ ਵਾਰੀ ਬੈਠ ਜਾਂਦੇ ਹਾਂ, ਖੜਾ ਪਾਣੀ ਵੀ ਦੇਖੋ ਚਿੱਕੜ ਬਣ ਜਾਂਦਾ, ਉਹਦੇ ਵਿੱਚ ਜਰਮਸ ਆ ਜਾਂਦੇ ਨੇ, ਮੋਸਕੀਟੋਜ਼ ਆ ਜਾਂਦੇ ਨੇ। ਤਾਂ ਮੋਸ਼ਨ ਇਜ਼ ਲਾਈਫ, ਜੇ ਤੁਰਦੇ ਫਿਰਦੇ ਰਵਾਂਗੇ ਤਾਂ ਆਪਾਂ ਕਾਫੀ ਹੋਰ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਤਾਂ ਟਾਈਮ ਸਿਰ ਇੱਕ ਪ੍ਰੋਪਰ ਡਾਕਟਰ ਤੋਂ ਰਾਏ ਲਓ, ਹੈਲਦੀ ਲਾਈਫ ਸਟਾਈਲ, ਚੰਗੀ ਡਾਇਟ ਰੱਖੀਏ ਤੇ ਐਕਸਰਸਾਈਜ਼ ਜ਼ਰੂਰ ਕਰਦੇ ਰਹੀਏ, ਬਿਕੋਜ਼ ਐਕਸਰਸਾਈਜ਼ ਦੇ ਨਾਲ ਮਸਲ ਸਟਰੋਂਗ ਰਹਿੰਦੇ ਨੇ ਤੇ ਜੁਆਇੰਟਸ ਵੀ ਸਟਰੋਂਗ ਰਹਿੰਦੇ ਨੇ। ਤਾਂ ਉਹੀ ਹੈ, ਬਟ ਨੈਵਰ ਡਿਲੇ। ਜਦੋਂ ਤੁਹਾਨੂੰ ਸਿੰਪਟਮਸ ਆਉਣ ਲੱਗ ਗਏ ਤਾਂ ਚੈੱਕਅਪ ਜ਼ਰੂਰ ਕਰਾਓ ਤੇ ਟਾਈਮਲੀ ਇੱਕ ਜਿਵੇਂ ਡਾਕਟਰ ਦੀ ਐਡਵਾਈਸ ਨਾਲ ਚੱਲੋ ਤੇ ਇੱਕ ਪ੍ਰੋਪਰ ਇਲਾਜ ਕਰਾਓ। ਤੇ ਜਿਹੜੇ ਵੀ ਲੋਕ ਨੀ ਰਿਪਲੇਸਮੈਂਟ ਦੀ ਵੇਟ 'ਚ ਹੈਗੇ ਨੇ ਜਾਂ ਕਰਵਾਉਣਾ ਚਾਹੁੰਦੇ ਨੇ, ਜਿਵੇਂ ਆਪਾਂ ਟਾਕ 'ਚ ਪਹਿਲੇ ਵੀ ਦੱਸਿਆ,
ਪ੍ਰੋਪਰ ਆਪਣੀ ਰਾਏ ਬਣਾਓ। ਸਿਰਫ ਪੈਸੇ ਦੇ ਪਿੱਛੇ ਨਾ ਜਾਓ ਕਿ ਘੱਟ ਕਿੱਥੇ ਹੋ ਰਿਹਾ ਹੈਗਾ। ਸਿਹਤ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਇੱਕ ਪ੍ਰੋਪਰ ਸੈਂਟਰ ਲੱਭੋ ਜਿੱਥੇ ਐਕਸਪੀਰੀਅੰਸ ਡਾਕਟਰ, ਪ੍ਰੋਪਰ ICU ਟੀਮ, ਪ੍ਰੋਪਰ ਆਪਰੇਸ਼ਨ ਥੀਏਟਰ, ਪ੍ਰੋਪਰ ਐਡਵਾਂਸ ਟੈਕਨੀਕਸ ਯੂਜ਼ ਹੋ ਰਹੀਆਂ ਅਤੇ ਇੱਕ ਅੱਛੀ ਰੀਹੈਬ ਦੀ ਫਿਜ਼ੀਓਥੈਰੇਪੀ ਵਾਲੀ ਟੀਮ ਹੈਗੀ ਹੈ। ਤਾਂ ਇੱਕ ਵਾਈਜ਼ ਤੇ ਸੋਚ ਕੇ ਆਪਣਾ ਡਿਸੀਜਨ ਲਈਏ, ਕਿਉਂਕਿ ਸਿਹਤ ਇੱਕੋ ਵਾਰੀ ਚਾਂਸ ਦਿੰਦੀ ਹੈਗੀ, ਬਾਰ-ਬਾਰ ਆਪਾਂ ਨੂੰ ਉਹਨੂੰ ਮੌਕਾ ਨਹੀਂ ਦੇਣਾ ਚਾਹੀਦਾ। ਤਾਂ ਇੱਕ ਸਹੀ ਫੈਸਲਾ ਸੋਚ ਕੇ ਲਈਏ ਆਪਣਾ। ਤਾਂ ਬਿਲਕੁਲ ਦਰਸ਼ਕਾਂ ਨੂੰ ਵੀ ਅਪੀਲ ਹੈ ਕਿ ਆਪਣੀ ਸਿਹਤ ਦੇ ਨਾਲ ਖਿਲਵਾੜ ਨਾ ਕਰੋ, ਕਿਉਂਕਿ ਤੁਹਾਡਾ ਇੱਕ ਗਲਤ ਫੈਸਲਾ ਜੇਕਰ ਆਪਾਂ ਚੰਦ ਰੁਪਈਆਂ ਪਿੱਛੇ ਸੋਚਾਂਗੇ ਤਾਂ ਅਸੀਂ ਆਪਣੀ ਸਿਹਤ ਨੂੰ ਵੀ ਖਰਾਬ ਕਰ ਸਕਦੇ ਹਾਂ। ਤਾਂ ਸਾਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ। ਜੇਕਰ ਤੁਹਾਡੇ ਵੀ ਗੋਡੇ ਖਰਾਬ ਨੇ, ਤੁਸੀਂ ਵੀ ਆਪਣੇ ਗੋਡੇ ਬਦਲਾਉਣਾ ਚਾਹੁੰਦੇ ਹੋ, ਤਾਂ ਟੀਵੀ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਮੋਬਾਈਲ ਨੰਬਰ ਵੀ ਦਿਖਾ ਰਹੇ ਹਾਂ। ਡਾਕਟਰ ਪਰਮਪ੍ਰੀਤ ਸਿੰਘ ਨਾਗਪਾਲ ਹਸਪਤਾਲ, ਮਾਲ ਰੋਡ, ਬਠਿੰਡਾ। ਤਾਂ ਇਸ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਤੁਹਾਨੂੰ ਜੋ ਵੀ ਸਮੱਸਿਆ ਹੈ ਤੁਸੀਂ ਉਹਨਾਂ ਦੇ ਹੱਲ ਲੈ ਸਕਦੇ ਹੋ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਰੀ ਜਾਣਕਾਰੀ ਦੇ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜਦੋਂ ਗੋਡੇ ਬਦਲਾਣੇ ਹੋਣ ਤਾਂ ਕਿੰਨਾ ਸਮਾਂ ਉਸ ਦੇ ਲਈ ਚਾਹੀਦਾ ਹੈ, ਇਹ ਸਭ ਕੁਝ ਡਿਟੇਲ ਦੇ ਵਿੱਚ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ, ਡਾਕਟਰ ਪਰਮਪ੍ਰੀਤ ਸਿੰਘ ਜੀ ਨੇ ਦੱਸਿਆ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।